स्टार्ट हो गया। डायरेक्शन वाहिगुरु जी का खालसा, वाहिगुरु जी की फतेह। ਅੱਜ ਅਸੀਂ ਗੁਰੂ ਨਾਨਕ ਪਬਲਿਕ ਸਕੂਲ ਪੰਜਾਬੀ ਬਾਗ ਵਿਖੇ ਇਕੱਤਰਿਤ ਹੋਏ ਹਾਂ। ਟੀਚਰ ਸਾਹਿਬਾਨ ਇੱਧਰ ਇਕੱਠੇ ਨੇ ਔਰ ਅਸੀਂ ਸਾਂਝੀ ਕਰਾਂਗੇ ਵਿਚਾਰਾਂ ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਉੱਪਰ। ਸੋ ਆਓ ਅਸੀਂ ਸਿਮਰਨ ਤੋਂ ਸ਼ੁਰੂਆਤ ਕਰਦੇ ਹਾਂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਰੋਜ਼ ਹੀ ਅਸੀਂ ਡਿਸਕਸ ਕਰਦੇ ਹਾਂ ਕਿ ਅਸੀਂ ਹਮੇਸ਼ਾ ਕੋਈ ਵੀ ਕਲਾਸ ਸ਼ੁਰੂ ਕਰਦੇ ਹਾਂ ਤੇ ਸਿਮਰਨ ਤੋਂ ਸ਼ੁਰੂ ਕਰਦੇ ਹਾਂ। ਸਿਮਰਨ ਨਾਲ ਇਕਾਗਰ ਹੋ ਜਾਂਦੇ ਹਾਂ, ਧਿਆਨ ਬੜੀ ਜਲਦੀ ਜੁੜਦਾ ਹੈ, ਇੱਕ ਜਗ੍ਹਾ ਕੌਨਸਨਟਰੇਟ ਹੁੰਦਾ ਹੈ ਅਤੇ ਉਸ ਕੌਨਸਨਟ੍ਰੇਸ਼ਨ ਨਾਲ ਜੋ ਵੀ ਕੰਮ ਕੀਤਾ ਜਾਏ ਉਹ ਬੜੀ ਜਲਦੀ ਲਾਭਦਾਇਕ ਰਿਜ਼ਲਟਸ ਦੇ ਸਕਦਾ ਹੈ। ਅੱਜ ਜਿਨ੍ਹਾਂ ਦੀ ਅਸੀਂ ਗੱਲ ਕਰਨੀ ਹੈ, ਪਾਤਸ਼ਾਹੀ 9ਵੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਇਹਨਾਂ ਦੀ ਸ਼ਹਾਦਤ ਹੈ ਅੱਜ 8 ਦਸੰਬਰ 2021।
ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਖਿਤਾਬ ਮਿਲਿਆ ਹੈ ਲਾਸਾਨੀ ਸ਼ਹੀਦ। ਇੱਕ ਖਿਤਾਬ ਹੋਰ ਜੁੜਦਾ ਹੈ ਨਾਲ ਹਿੰਦ ਦੀ। ਮੈਂ ਹੋਰ ਵੀ ਬਹੁਤ ਖਿਤਾਬ ਜੁੜੇ ਹੋਏ ਦੇਖੇ। ਇੱਕ ਮੈਂ ਖਿਤਾਬ ਦੇਖਿਆ ਧਰਮ ਦੀ ਚਾਦਰ। ਇੱਕ ਮੈਂ ਹੋਰ ਖਿਤਾਬ ਪੜ੍ਹਿਆ ਕਿਧਰੇ ਸ੍ਰਿਸ਼ਟੀ ਦੀ ਚਾਦਰ। ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਖਿਤਾਬ ਮਿਲੇ ਹਨ, ਵਿਸ਼ੇਸ਼ਣ ਐਡਜੈਕਟਿਵਸ ਮਿਲੇ ਹਨ। ਲਾਸਾਨੀ ਸ਼ਹੀਦ, ਜਿਹੜਾ ਬੱਚਾ ਹੁੰਦਾ ਹੈ ਅਨਾਥ ਜਾਂ ਫਿਰ ਜਿਸ ਕੋਲ ਘਰ ਨਹੀਂ ਹੁੰਦਾ, ਅਸੀਂ ਉਸ ਨੂੰ ਕਹਿੰਦੇ ਹਾਂ ਲਾ ਮਕਾਨ ਹੈ। ਜਿਸ ਦੇ ਮਾਂ-ਬਾਪ ਨਹੀਂ ਹਨ ਉਸ ਨੂੰ ਕਹਿੰਦੇ ਲਾ ਸ਼ਰੀਕ ਹੈ। ਸ਼ਰੀਕ ਤੋਂ ਬਿਨਾਂ, ਮਕਾਨ ਤੋਂ ਬਿਨਾਂ। ਸਾਨੀ ਹੁੰਦੀ ਹੈ ਬਰਾਬਰੀ। ਐਸੀ ਸ਼ਹੀਦ ਨੇ, ਇਹ ਐਸੇ ਸ਼ਹੀਦ ਨੇ ਜਿਨ੍ਹਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲੇ ਵੀ ਬਹੁਤ ਸ਼ਹੀਦ ਹੋਏ ਨੇ, ਬਹੁਤ ਧਰਮਾਂ ਵਿੱਚ ਸ਼ਹੀਦ ਹੋਏ ਨੇ, ਪਰ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਹਾਦਤ ਨਾ ਅੱਜ ਤੱਕ ਕਿਸੇ ਨੇ ਦਿੱਤੀ ਸੀ, ਨਾ ਹੁਣ ਦਿੱਤੀ ਹੈ, ਔਰ ਨਾ ਹੀ ਸ਼ਾਇਦ ਕਦੀ ਕੋਈ ਦੇ ਸਕਦਾ ਹੈ। ਕਿਉਂ? ਰੀਜ਼ਨ ਹੈ। ਕੋਈ ਵੀ ਜੰਗ ਲੱਗਦਾ ਹੈ 3 ਕਾਰਨਾਂ ਕਰਕੇ ਲੱਗਦਾ ਹੈ। ਅਸੀਂ ਆਮ ਬੱਚਿਆਂ ਨੂੰ ਵੀ ਪੜ੍ਹਾਉਂਦੇ ਹੁੰਦੇ ਹਾਂ। ਕਿਹੜੇ ਕਿਹੜੇ ਕਾਰਨ ਨੇ? ਕੋਈ ਵੀ ਜੰਗ ਲੱਗਦਾ ਹੈ 3 ਕਾਰਨਾਂ ਕਰਕੇ। ਜਰ ਪੈਸਾ, ਜੋਰੂ ਔਰਤ, ਜ਼ਮੀਨ। ਦੁਨੀਆ ਦੇ ਮਹਾਨ 2 ਜੰਗ, ਇੱਕ ਰਾਮਾਇਣ ਦਾ, ਦੂਸਰਾ ਮਹਾਭਾਰਤ ਦਾ, ਕਿਸ ਕਰਕੇ ਹੋਇਆ? ਜੋਰੂ ਕਰਕੇ। ਮਹਾਭਾਰਤ ਹੋਈ ਦ੍ਰੋਪਦੀ ਕਰਕੇ। ਦੁਰਯੋਧਨ ਨੂੰ ਕਹਿ ਦਿੰਦੀ ਹੈ ਅੰਨੇ ਦਾ ਅੰਨਾ, ਤੇਰਾ ਬਾਪ ਅੰਨਾ ਹੈ ਤੇ ਤੂੰ ਵੀ ਅੰਨਾ ਹੀ ਹੈ। ਪੇਂਟਿੰਗ ਨਾ ਦਿਖੀ ਤੈਨੂੰ, ਉਸਦੇ ਵਿੱਚ ਛਾਲ ਮਾਰ ਦਿੱਤੀ। ਬਹੁਤ ਅੱਛੀ ਪੇਂਟਰ ਸੀ ਦ੍ਰੋਪਦੀ। ਉਸਨੇ ਸਵਿਮਿੰਗ ਪੂਲ ਉੱਪਰ ਐਸੀ ਪੇਂਟਿੰਗ ਕੀਤੀ ਸੀ ਕਿ ਫਰਸ਼ ਹੈ, ਔਰ ਫਰਸ਼ ਉੱਪਰ ਐਸੀ ਪੇਂਟਿੰਗ ਕੀਤੀ ਸੀ ਕਿ ਪਾਣੀ ਹੈ। ਦੁਰਯੋਧਨ ਆਂਦਾ ਹੈ, ਉਸਨੂੰ ਲੱਗਦਾ ਹੈ ਕਿ ਫਰਸ਼ ਹੈ, ਹੁੰਦਾ ਪਾਣੀ ਹੈ। ਉਹ ਜਿਵੇਂ ਹੀ ਅੰਦਰ ਪੈਰ ਰੱਖਦਾ ਤੇ ਸਾਰਾ ਗੰਦਾ ਹੋ ਜਾਂਦਾ। ਦ੍ਰੋਪਦੀ ਦੇਖ ਕੇ ਹੱਸਦੀ ਵੀ ਹੈ ਤੇ ਨਾਲ ਇਹ ਵੀ ਕਹਿ ਦਿੰਦੀ ਹੈ ਅੰਨੇ ਦਾ ਅੰਨਾ। ਕਹਿੰਦੇ ਨੇ ਗੋਲੀ ਤੋਂ ਬੋਲੀ ਭੈੜੀ ਹੁੰਦੀ ਹੈ। ਕਿ ਕੋਈ ਗੋਲੀ ਮਾਰ ਕੇ ਮਾਰਦੇ ਵੱਖਰੀ ਗੱਲ ਹੈ, ਪਰ ਬੋਲੀ ਜ਼ਿਆਦਾ ਲੱਗ ਜਾਂਦੀ ਹੈ। ਦੁਰਯੋਧਨ ਨੂੰ ਬਰਦਾਸ਼ਤ ਨਾ ਹੋਇਆ। ਖੈਰ ਉਸਨੇ ਸ਼ਕੁਨੀ ਨਾਲ ਮਿਲ ਕੇ ਜਿਹੜੀ ਵੀ ਵਿਉਂਤ ਬਣਾਈ, ਦ੍ਰੋਪਦੀ ਦਾ ਚੀਰਹਰਨ ਹੋਇਆ। ਇੰਨਾ ਵੱਡਾ 18 ਦਿਨਾਂ ਦਾ ਮਹਾਭਾਰਤ ਯੁੱਧ ਹੋ ਗਿਆ ਜੋਰੂ ਕਰਕੇ। ਰਾਮਾਇਣ ਵੀ ਸੀਤਾ ਕਰਕੇ ਹੋਇਆ। ਸ਼ੁਰੂ ਹੋਇਆ ਸੀ ਸ਼ਰੂਪਨਖਾ ਕਰਕੇ। ਨੱਕ ਵੱਢ ਦਿੱਤਾ। ਹੁਣ ਕਿਸੇ ਦੀ ਭੈਣ ਦਾ ਨੱਕ ਵੱਢੋਗੇ, ਭੈਣ ਦੀ ਗਾਲ ਹੀ ਕੋਈ ਬਰਦਾਸ਼ਤ ਨਹੀਂ ਕਰਦਾ, ਨੱਕ ਹੀ ਵੱਢ ਦਿੱਤਾ। ਰਾਵਣ ਕਿਵੇਂ ਬਰਦਾਸ਼ਤ ਕਰਦਾ? ਉਹ ਰਾਵਣ ਦੇ ਅੱਗੇ ਜਾ ਕੇ ਰੋਈ, ਉਸਨੇ ਸੀਤਾ ਨੂੰ ਚੁੱਕ ਲਿਆ ਤੇ ਇੰਨਾ ਵੱਡਾ ਰਾਮਾਇਣ ਦਾ ਜੰਗ ਹੋ ਗਿਆ। 14 ਜੰਗ ਲੜੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੜਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ। 4 ਜੰਗ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਲੜੇ ਨੇ। ਇੱਕ ਵੀ ਜੰਗ ਨਾ ਜਰ ਲਈ ਹੋਇਆ, ਨਾ ਜੋਰੂ ਲਈ ਹੋਇਆ, ਨਾ ਜ਼ਮੀਨ ਲਈ ਹੋਇਆ। ਕਮਾਲ ਦੀ ਗੱਲ ਇਹ ਸੀ, ਜਿਹੜੇ ਰਾਜੇ ਹਾਰੇ ਵੀ, 22 ਧਾਰ ਦੇ ਰਾਜੇ ਜਦੋਂ ਗੁਰੂ ਸਾਹਿਬ ਨੇ 1687 ਵਿੱਚ ਜੰਗ ਲੜ ਕੇ 22 ਧਾਰ ਦੇ ਰਾਜਿਆਂ ਨੂੰ ਹਰਾਇਆ ਵੀ, ਤੇ ਉਹਨਾਂ ਦੇ ਹਿੱਸੇ ਦੀ ਜ਼ਮੀਨ ਜਿਹੜੀ ਸੀ ਉਹ ਵੀ ਗੁਰੂ ਸਾਹਿਬ ਨੇ ਨਹੀਂ ਲਈ। ਜਦਕਿ ਕਾਇਦਾ ਅਸੂਲ ਇਹੀ ਸੀ ਕਿ ਜਿਸ ਨੂੰ ਹਰਾ ਦਿੱਤਾ ਉਸ ਦੀ ਜ਼ਮੀਨ ਹੁਣ ਮੇਰੀ ਹੋ ਗਈ। ਗੁਰੂ ਸਾਹਿਬ ਕਹਿੰਦੇ ਮੇਰਾ ਮਕਸਦ ਸਿਰਫ ਇੰਨਾ ਸੀ ਕਿ ਤੁਹਾਨੂੰ ਅਕਲ ਦੇ ਦਾਂ। ਤੁਸੀਂ ਹਾਰ ਗਏ ਹੋ, ਆਪਣੀ ਜ਼ਮੀਨ ਦੁਬਾਰਾ ਜਾਓ, ਦੁਬਾਰਾ ਰਾਜ ਕਰੋ, ਇਨਸਾਨੀਅਤ ਕਾਇਮ ਰੱਖੋ। ਉਹ ਇਨਸਾਨੀਅਤ ਫਿਰ ਭੁੱਲ ਗਏ। ਦੁਬਾਰਾ ਜੰਗਾਂ ਹੋਈਆਂ। 14 ਜੰਗਾਂ ਲੜੇ ਗੁਰੂ ਸਾਹਿਬ, ਇੱਕ ਵੀ ਜੰਗ ਹਾਰੇ ਨਹੀਂ। ਭੰਗਾਣੀ ਦਾ ਜੰਗ ਤੋਂ ਲੈ ਕੇ ਆਖਰੀ ਮੁਕਤਸਰ ਦੀ ਜੰਗ ਤੱਕ ਇੱਕ ਵੀ ਜੰਗ ਹਾਰੇ ਨਹੀਂ। ਪਰ ਗੁਰੂ ਤੇਗ ਬਹਾਦਰ ਸਾਹਿਬ, ਜਿਵੇਂ ਅਸੀਂ ਪਹਿਲੇ ਵੀ ਦੇਖਿਆ ਸੀ ਕਿ ਪਹਿਲੇ 5 ਗੁਰੂ ਸ਼ਾਂਤ ਸਨ, ਬਿਲਕੁਲ ਇੱਧਰ ਤੱਕ ਸ਼ਾਂਤ ਸਨ ਕਿ ਤਵੇ ਤੇ ਵੀ ਬਿਠਾ ਦਿੱਤਾ ਤਾਂ ਵੀ ਕਿਹਾ ਕਿ ਤੇਰਾ ਕੀਆ। ਪਰ ਜਦੋਂ ਹੁਣ ਤਵੇ ਤੇ ਬਿਠਾ ਦਿੱਤਾ, ਗੁਰੂ ਸਾਹਿਬ ਨੇ ਕਿਹਾ ਮੇਰੀ तो परवाज़ बंद कर लोगे, हरगोबिंद की तलवार को कौन रोकेगा। मेरी तो आवाज़ तुसीं बंद कर ली, हुण हरगोबिंद जो तलवार चुकेगा उसनूं कौन रोकेगा। हरगोबिंद साहब ने तलवार चुकी, 4 जंगां लड़ियां, 2 शाहजहां नाल, 2 जहांगीर नाल, चारों विच उन्हां नूं हार दित्ती। गुरु हरगोबिंद साहब दे लड़के हैं गुरु तेग बहादुर साहब। जिवें असीं कल भी कीता सी, गुरु तेग बहादुर साहब जदों पैदा होए तो सब तो छोटे लड़के हैं। इन्हां तो पहले इन्हां दे 4 भरा और 1 भैन पैदा हो चुके हैं। बाबा गुरदित्ता जी, बाबा सूरजमल जी, बाबा अणी राय जी, बाबा अटल राय जी, ये 4 भरा, एक बीबी वीरो जी इन्हां दी भैन। ये 6वें बच्चे सन। जदों जदों बच्चे हुंदे रहे, गुरु हरगोबिंद साहब अकाल पुरख दा शुक्र करते रहे। पर जिस दिन खबर मिली कि आप जी दे घर एक लाल ने जन्म लिया है,
सब तो छोटे लाल ने, ਤਾਂ ਗੁਰੂ ਸਾਹਿਬ ਤਖਤ ਤੋਂ ਉੱਠ ਕੇ ਤੇ ਦੌੜਨਾ ਹੀ ਸ਼ੁਰੂ ਕਰ ਦਿੱਤਾ ਆਪਣੇ ਘਰ ਵੱਲ। ਗੁਰੂ ਕੇ ਮਹਿਲ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਗੋਦ ਵਿੱਚ ਚੁੱਕ ਕੇ ਕਹਿੰਦੇ ਨਾਨਕੀ ਜੀ ਇੱਕ ਭਾਰੀ ਪੁਰਖ ਨੇ ਜਨਮ ਲਿਆ। ਇਹ ਤਿਆਗੀਆਂ ਦਾ ਮਹਾ ਤਿਆਗੀ, ਜੋਗੀਆਂ ਦਾ ਮਹਾ ਜੋਗੀ ਔਰ ਬਲੀਆਂ ਦਾ ਮਹਾ ਬਲੀ ਹੋਏਗਾ। ਅੱਜ ਵੀ ਕਥਾ ਦੇ ਦੀਵਾਨ ਵਿੱਚ ਮੈਂ ਇੱਕ ਗੱਲ ਕਹਿ ਕੇ ਆਇਆ ਕਿ ਅੱਜ ਤੱਕ ਸੰਸਾਰ ਨੇ ਬਹੁਤ ਜੋਗੀ ਔਰ ਤਪੀ ਤਿਆਗੀ ਦੇਖੇ ਸਨ, ਪਰ ਜਿਹੜਾ ਤਿਆਗੀ ਹੁੰਦਾ ਉਹ ਪਹਾੜਾਂ ਦੀ ਕੰਦਰਾਂ ਵਿੱਚ ਛੁਪ ਗਿਆ ਸੀ, ਉਹ ਆਪਣੇ ਵਿੱਚ ਮਸਤ ਸੀ, ਤਿਆਗ ਦਿੱਤਾ ਉਸਨੇ ਸਾਰਾ ਕੁਝ ਸੰਸਾਰ। ਔਰ ਜਿਹੜਾ ਸੂਰਮਾ ਹੁੰਦਾ ਹੈ ਉਹ ਔਰਤਾਂ ਤੇ ਬੱਚਿਆਂ ਤੇ ਮਜ਼ਲੂਮ ਤੇ ਬਜ਼ੁਰਗਾਂ ਤੇ ਜ਼ੋਰ ਕਰਦਾ। ਪਰ ਗੁਰੂ ਤੇਗ ਬਹਾਦਰ ਸਾਹਿਬ ਐਸੇ ਤਿਆਗੀ ਸਨ ਔਰ ਐਸੇ ਸੂਰਮੇ ਸਨ ਕਿ ਨਾ ਉਹਨਾਂ ਨੇ ਔਰਤਾਂ ਬੱਚਿਆਂ ਤੇ ਜ਼ੋਰ ਕੀਤਾ, ਔਰ ਤਿਆਗੀ ਵੀ ਐਸੇ ਸਨ ਕਿ ਨਾ ਔਰਤਾਂ ਬੱਚਿਆਂ ਵਿੱਚ ਰੁੱਝੇ ਵੀ ਰਹੇ। ਹਮੇਸ਼ਾ ਖੁਸ਼ ਦੀ ਮੂਰਤ ਸਨ, ਵਿਰਾਗ ਦੀ ਮੂਰਤ ਸਨ ਔਰ ਸੂਰਮੇ ਬਹਾਦਰ ਸਨ। ਸਭ ਤੋਂ ਪਹਿਲਾ ਨਾਮ ਇਹਨਾਂ ਦਾ ਪਿਆ ਤਿਆਗਮਲ, ਤਿਆਗ ਦੀ ਮੂਰਤ। ਜਿਵੇਂ ਅਸੀਂ ਦੇਖਿਆ ਸੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੁੰਦਾ ਤੇ ਆਪਣੀ ਜ਼ਰੀ ਸੋਨੇ ਦੀ ਪੋਸ਼ਾਕ ਉਤਾਰ ਕੇ ਪਹਿਨਾ ਦਿੰਦੇ ਨੇ, ਤੇ ਮਾਤਾ ਜੀ ਕਹਿੰਦੇ ਨੇ ਕਿਉਂ ਪਹਿਨਾਈ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੱਜ ਤੇ ਕਿਸੇ ਦੇ ਤਨ ਦਾ ਨੰਗੇਜ਼ ਇਸ ਤੋਂ ਦੇਖਿਆ ਨਹੀਂ ਜਾ ਰਿਹਾ, ਤੇ ਆਪਣੇ ਤਨ ਦੇ ਕੱਪੜੇ ਹੀ ਪਹਿਨਾਏ ਨੇ। ਮਾਤਾ ਜੀ ਤੁਸੀਂ ਉਹ ਦਿਨ ਵੀ ਦੇਖੋਗੇ, ਕਿਸੇ ਧਰਮ ਦਾ ਨੰਗੇਜ਼ ਇਸ ਤੋਂ ਨਹੀਂ ਦੇਖਿਆ ਜਾਏਗਾ, ਤੇ ਆਪਣਾ ਸਰੀਰ ਆਪਣਾ ਸਿਰ ਹੀ ਪਹਿਨਾ ਦੇਗਾ ਉਹਨਾਂ ਨੂੰ। ਇਹ ਉਹ ਗੁਰੂ ਤੇਗ ਬਹਾਦਰ ਸਾਹਿਬ ਹਨ ਜਿਹੜੇ ਅੱਜ ਹਿੰਦੁਸਤਾਨ ਵਿੱਚ ਨਾ ਹੁੰਦੇ ਤੇ ਸ਼ਾਇਦ ਹਿੰਦੂ ਧਰਮ ਨਾ ਹੁੰਦਾ। ਜਿਵੇਂ ਬੌਧ ਧਰਮ ਔਰੰਗਜ਼ੇਬ ਖਾ ਗਿਆ, ਮੁਗਲ ਖਾ ਗਏ, ਜੈਨ ਧਰਮ ਖਾ ਗਏ, ਹੋਰ ਛੋਟੇ ਮੋਟੇ ਕਈ ਧਰਮ ਖਾ ਗਏ, ਇਸ ਤਰ੍ਹਾਂ ਹਿੰਦੂ ਧਰਮ ਅਫਗਾਨਿਸਤਾਨ ਵਿੱਚ ਵੀ ਹਿੰਦੂ ਧਰਮ ਸੀ, ਇੰਡੋਨੇਸ਼ੀਆ ਵਿੱਚ ਵੀ ਹਿੰਦੂ ਧਰਮ ਸੀ। ਅੱਜ ਇੱਕ ਕੋਈ ਹਿੰਦੂ ਨਹੀਂ ਮਿਲਦਾ ਉੱਥੇ, ਔਰ ਜੋ ਸਾਰੀ ਇਸਲਾਮਿਕ ਕੰਟਰੀਜ਼ ਨੇ। ਜਦੋਂ ਕੋਈ ਸਾਨੂੰ ਕਹਿੰਦਾ ਹੈ, ਮੈਨੂੰ ਕਈ ਵਾਰ ਪੁੱਛ ਲੈਂਦਾ ਇਸ ਤਰ੍ਹਾਂ ਨਹੀਂ ਹੁੰਦਾ ਜੀ, ਇੱਕ ਗੁਰੂ ਨੇ ਇੰਨਾ ਵੱਡਾ ਧਰਮ ਬਚਾ ਲਿਆ, ਅਸੀਂ ਨਹੀਂ ਮੰਨਦੇ, ਤੇ ਤੁਸੀਂ ਕਹਿੰਦੇ ਹੋ ਅਫਗਾਨਿਸਤਾਨ ਵਿੱਚ ਹਿੰਦੂ ਹੁੰਦੇ ਹੋਣਗੇ, ਅਸੀਂ ਤਾਂ ਵੇਖਿਆ ਨਹੀਂ। ਫਿਰ ਮੈਂ ਕਿਹਾ ਹੁਣ ਤਾਲੀਬਾਨ ਦਾ ਜੋ ਹਾਲ ਹੋ ਰਿਹਾ, ਹੁਣ ਤਾਂ ਪਤਾ ਸਾਰਿਆਂ ਨੂੰ ਅਫਗਾਨਿਸਤਾਨ ਵਿੱਚ ਜਦੋਂ ਤਾਲੀਬਾਨ ਨੇ ਸਾਰਾ ਕੰਟਰੋਲ ਆਪਣੇ ਹੱਥ 'ਚ ਲਿਆ, ਸਾਰੇ ਧਰਮ ਦੌੜਦੇ ਪਏ ਨੇ, ਸਾਰੇ ਦੌੜ ਰਹੇ ਨੇ ਕਿ ਉਹ ਖਾ ਜਾਣਗੇ ਸਾਨੂੰ, ਸਾਡੇ ਧਾਰਮਿਕ ਸਥਾਨ ਤੋੜ ਰਹੇ ਨੇ। ਇਹੀ ਹਾਲ ਉਸ ਵਕਤ ਔਰੰਗਜ਼ੇਬ ਦੇ ਟਾਈਮ 'ਤੇ ਹੋਇਆ ਹੋਵੇਗਾ। 1.25 ਮਨ ਜਨੇਊ ਤੋਲਦਾ ਸੀ, ਯਾਨੀ ਇਤਨਾ ਹਜ਼ਾਰਾਂ ਹਿੰਦੂ ਨੂੰ ਮੁਸਲਮਾਨ ਬਣਾਉਂਦਾ ਸੀ ਜਾਂ ਮਾਰ ਦਿੰਦਾ ਸੀ ਤਾਂ ਜਾ ਕੇ ਰੋਟੀ ਖਾਂਦਾ ਹੁੰਦਾ ਸੀ। ਇਤਨਾ ਕਰੂਅਲ ਬਾਦਸ਼ਾਹ ਸੀ। ਉਸਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੁਲਾਇਆ ਆਪਣੇ ਕੋਲ ਕਿ ਮੇਰੇ ਕੋਲ ਆਓ, ਮੈਂ ਵਿਚਾਰ ਕਰਨੀ ਹੈ। ਇਹ ਕਹਿ ਕੇ ਨਹੀਂ ਬੁਲਾਇਆ ਕਿ ਤੁਹਾਨੂੰ ਸ਼ਹੀਦ ਕਰ ਦਾਂਗੇ, ਪਰ ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਵੀ ਕੌਨਸਪੀਰੇਸੀ ਵਿੱਚ ਲਗਾ ਕੇ ਬੁਲਾਇਆ ਸੀ, ਤੁਸੀਂ ਆਓ ਸਿਰਫ ਅਸੀਂ ਗੱਲ ਕਰਨੀ ਹੈ, ਤੇ ਉੱਧਰ ਹੀ ਬੰਨ ਲਿਆ, ਕੈਦ ਕਰਕੇ ਸ਼ਹੀਦ ਹੀ ਕਰ ਦਿੱਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਦੂਰਦ੍ਰਿਸ਼ਟ ਬੜੇ ਸਨ। ਉਹਨਾਂ ਨੇ ਕਿਹਾ ਜੇ ਇੱਕ ਵਾਰ ਮੈਂ ਘਰੋਂ ਬਾਹਰ ਪੈਰ ਪੁੱਟ ਲਿਆ, ਹੁਣ ਦੁਬਾਰਾ ਮੈਂ ਵਾਪਸ ਨਹੀਂ ਆਵਾਂਗਾ। ਤੇ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਪਿਤਾ ਜੀ ਆਪ ਜੀ ਤੋਂ ਮਹਾਨ ਆਤਮਾ ਕੋਈ ਨਹੀਂ ਹੈ। ਕਿਰਪਾ ਰਾਮ ਜਿਹੜਾ ਪੰਡਿਤ ਸੀ, ਅਸੀਂ ਸੁਣਿਆ ਹੈ ਬੜੀ ਵਾਰ ਕਿ ਕਿਰਪਾ ਰਾਮ ਪੰਡਿਤ ਜੱਥਾ ਲੈ ਕੇ ਕਸ਼ਮੀਰੀ ਪੰਡਿਤਾਂ ਦਾ ਤੇ ਗੁਰੂ ਸਾਹਿਬ ਕੋਲ ਆਇਆ ਕਿ ਸਾਡਾ ਧਰਮ ਬਚਾ ਲਓ, ਸੁਣਿਆ ਹੋਇਆ ਸੀ। ਪਰ ਉਸ ਤੋਂ ਬਾਅਦ ਦੀ ਸਟੋਰੀ ਸਾਨੂੰ ਪਤਾ ਕਿਰਪਾ ਰਾਮ ਨਾਲ ਕੀ ਹੋਇਆ ਹੋਏਗਾ। ਅਸੀਂ ਇਹ ਸੁਣਿਆ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਮਹਾਨ ਆਤਮਾ ਕੋਈ ਨਹੀਂ ਹੈ, ਤੁਸੀਂ ਜਾਓ ਸ਼ਹਾਦਤ ਦਿਓ। ਗੁਰੂ ਸਾਹਿਬ ਦਾ ਅੱਗੇ ਇਤਿਹਾਸ ਸਾਨੂੰ ਪਤਾ ਹੈ, ਗੁਰੂ ਸਾਹਿਬ ਨੂੰ ਅਸੀਂ ਫੋਲੋ ਕਰ ਰਹੇ ਹਾਂ। ਉਧਰ ਗਏ, ਆਗਰੇ ਗਏ, ਦਿੱਲੀ ਗਏ, ਸ਼ਹੀਦ ਹੋ ਗਏ, ਭਾਈ ਮਤੀ ਦਾਸ, ਸਤੀ ਦਾਸ ਦਿਆਲਾ। ਇਧਰ ਕਿਰਪਾ ਰਾਮ ਜਿਹੜਾ ਆਇਆ, ਇਸ ਨਾਲ ਕੀ ਹੋਇਆ? ਕਿਰਪਾ ਰਾਮ ਜੱਥਾ ਲੈ ਕੇ ਆ ਤੇ ਗਿਆ। ਗੁਰੂ ਸਾਹਿਬ ਨੇ ਜਦੋਂ ਕਿਹਾ ਕਿ ਕੋਈ ਮਹਾਨ ਆਤਮਾ ਦੀ ਲੋੜ ਹੈ ਬਲੀਦਾਨ ਲਈ, ਤੇ ਕਿਰਪਾ ਰਾਮ ਕੋਈ ਮਹਾਨ ਆਤਮਾ ਨੂੰ ਲੱਭੋ। ਗੁਰੂ ਸਾਹਿਬ ਆਪੇ ਥੋੜੀ ਕਹਿਣਗੇ ਮੈਂ ਮਹਾਨ ਆਤਮਾ, ਕਹਿੰਦੇ ਕੋਈ ਮਹਾਨ ਆਤਮਾ ਨੂੰ ਲੱਭੋ। ਤਾਂ ਕਿਰਪਾ ਰਾਮ ਡਰਨ ਲੱਗਾ ਕਿ ਮੈਨੂੰ ਹੀ ਨਾ ਕਹਿ ਦੇਣ ਕਿ ਤੂੰ ਹੀ ਮਰ ਜਾ ਕੇ। ਪਰ ਗੋਬਿੰਦ ਰਾਏ ਬੈਠੇ ਸਨ ਕਿ ਪਿਤਾ ਜੀ ਤੁਹਾਡੇ ਤੋਂ ਮਹਾਨ ਆਤਮਾ ਕੌਣ ਹੈ? ਕੱਲ ਮੈਂ 4th ਕਲਾਸ ਪੜ੍ਹਾ ਰਿਹਾ ਸੀ, ਮੈਂ ਬੱਚਿਆਂ ਨੂੰ ਕਿਹਾ ਬੱਚੇ ਉਮਰ ਕੀ ਹੈ ਤੁਹਾਡੀ? ਸਾਰਿਆਂ ਨੇ ਲਿਖਿਆ, ਕਿਸੇ ਨੇ 8 ਲਿਖਿਆ, 9 ਸਾਲ ਮੈਕਸ ਨੂੰ, ਮੈਜੋਰਿਟੀ ਦੀ 9 ਸਾਲ ਉਮਰ ਸੀ। ਮੈਂ ਕਿਹਾ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਵੀ 9 ਸਾਲ ਉਮਰ ਸੀ। ਮੈਂ ਕਿਹਾ ਬੱਚੇ ਤੁਹਾਡੀ ਪੋਕਟ ਮਨੀ ਤੁਹਾਡੀ ਮਾਂ ਤੁਹਾਨੂੰ ਦਿੰਦੀ ਹੈ, ਤੇ ਤੁਹਾਨੂੰ ਦਿਖ ਜਾਏ ਕਿ ਨੇਬਰ ਦਾ ਇੱਕ ਬੱਚਾ ਬਹੁਤ ਗਰੀਬ ਹੈ, ਬਹੁਤ ਗਰੀਬ ਹੈ, ਤੁਸੀਂ ਕਦੀ ਕਹੋਗੇ ਮੰਮੀ ਅੱਜ ਤੋਂ ਬਾਅਦ ਮੈਨੂੰ ਪੋਕਟ ਮਨੀ ਨਾ ਦੇਣਾ, ਤੁਸੀਂ ਉਸ ਬੱਚੇ ਨੂੰ ਦੇ ਦਿਆ ਕਰੋ, ਮੇਰੇ ਹਿੱਸੇ ਦਾ ਸੁੱਖ ਉਸ ਨੂੰ ਦੇ ਦਿਓ। ਤੇ ਬੱਚੇ ਕਹਿੰਦੇ ਸਰ ਅਸੀਂ ਕਿਉਂ ਕਹਾਂਗੇ, ਸਾਡੀ ਪੋਕਟ ਮਨੀ ਅਸੀਂ ਥੋੜੀ ਦੇਵਾਂਗੇ। ਪਰ ਕੁਝ ਬੱਚੇ ਚਲਾਕ ਵੀ ਨੇ, ਹਾਂ ਹਾਂ ਸਰ ਅਸੀਂ ਦੇ ਦਾਂਗੇ, ਤੇ ਕੀ ਹੋ ਗਿਆ, ਗਰੀਬ ਹੈ, ਦਾਨ ਕਰ ਦੇਣਾ ਚਾਹੀਦਾ। ਫਿਰ ਮੈਂ ਵੀ ਗੱਲ ਘੁਮਾ ਲਈ। ਮੈਂ ਕਿਹਾ ਅੱਛਾ ਫਿਰ ਕਦੀ ਅਸੀਂ ਸਿਗਨਲ 'ਤੇ ਖੜੇ ਹੋਏ, ਕਦੀ ਗੱਡੀ 'ਚ ਬੈਠੇ ਹੋਈਏ, ਕੋਈ ਭਿਖਾਰੀ ਕੋਈ ਲੋੜਵੰਦ ਆ ਜਾਏ ਕਿ ਸਾਨੂੰ ਪੈਸਾ ਦਿਓ, ਮੈਂ ਕਿਹਾ ਕਦੀ ਕਹੋਗੇ ਪਾਪਾ ਆਪਣੀ ਗੱਡੀ ਇਸ ਦੇ ਨਾਮ ਕਰ ਦਿਓ, ਅਸੀਂ ਪੈਦਲ ਤੁਰ ਲੈਂਦੇ ਹਾਂ, ਸਾਹਮਣੇ ਵਾਲਾ ਸੁਖੀ ਰਹੇ। मैं क्या इस तरह कहोगे? कहते क्यों सर हमारे पापा की गाड़ी है हम क्यों देंगे? फिर मैं क्या अच्छा कोई महल्ले गरीब आदमी होवे उसके सिर ते छत ना होवे ते तुसी कदी कहंदे हो पापा अपनी कोठी अपना घर इसके नाम लगा देंगे असीं बाहर रह लांगे अपने हिस्से दे सुख इसनूं दे दो। कहंदे सर हमारे पापा की कोठी है हम क्यों दें? मैं क्या असी अपने पापा की गड्डी नहीं दे सकते, असी अपने पापा की कोठी नहीं दे सकते,
ਧੰਨ ਨੇ ਕਲਗੀਧਰ ਪਿਤਾ ਆਪਣਾ ਪਾਪਾ ਹੀ ਦੇ ਛੱਡਿਆ। ਉਹ ਕਹਿੰਦੇ ਨੇ ਕੀ ਕਰਾਂਗਾ ਮੈਂ ਗੱਡੀਆਂ ਕੋਠੀਆਂ ਦਾ। ਪਿਤਾ ਜੀ ਮੇਰੇ ਦੋਸਤ ਆਏ ਨੇ, ਇਹਨਾਂ ਦਾ ਕੋਈ ਬਾਪ ਨਹੀਂ ਮਰਨਾ ਚਾਹੀਦਾ, ਤੁਸੀਂ ਜਾ ਕੇ ਬੇਸ਼ੱਕ ਮਰ ਜਾਓ, ਮੈਂ ਨਾ ਦੇਖਾਂ ਇਹਨਾਂ ਦੀ ਅੱਖਾਂ 'ਚ ਆਂਸੂ। ਤੇ ਨਾਲ ਬੈਠੇ ਸਿੱਖਾਂ ਨੇ ਪੁੱਛ ਲਿਆ ਇਹ ਤੁਹਾਡੇ ਦੋਸਤ ਕਿੱਧਰ ਨੇ? ਇਹ ਤੇ ਕਸ਼ਮੀਰ ਤੋਂ ਆਏ ਨੇ, ਤੁਸੀਂ ਤਾਂ ਜਾਣਦੇ ਵੀ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਨੇ ਸਾਰੇ ਹੀ ਮੇਰੇ ਦੋਸਤ ਨੇ, ਸਾਰੇ ਹੀ ਮੇਰੇ ਭਰਾ ਨੇ। ਗੁਰਬਾਣੀ ਤਾਂ ਕਹਿੰਦੀ ਹੈ ਸੱਬੇ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਉਹ ਕਹਿੰਦੇ ਨੇ ਗੁਰਬਾਣੀ ਕਹਿੰਦੀ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਇਹ ਸਾਰੇ ਹੀ ਮੇਰੇ ਹੀ ਦੋਸਤਾਂ ਦੇ ਪਿਓ ਨੇ, ਸਾਰੇ ਮੇਰੇ ਹੀ ਭਰਾਵਾਂ ਦੇ ਪਿਓ ਨੇ। ਤੇ ਮੇਰਾ ਪਿਓ ਭਾਵੇਂ ਮਰ ਜਾਏ, ਮੇਰੇ ਦੋਸਤ ਦੀ ਅੱਖਾਂ ਵਿੱਚ ਅਥਰੂ ਨਾ ਆਏ। ਪਿਤਾ ਜੀ ਮੈਂ ਇਹ ਨਾ ਦੇਖਾਂ। ਤੇ ਕਹਿੰਦੇ ਨੇ ਫਿਰ ਗੋਬਿੰਦ ਰਾਏ ਜੇ ਮੈਂ ਚਲਾ ਗਿਆ, ਮੈਂ ਬਲੀਦਾਨ ਵੀ ਦੇ ਦਿੱਤਾ, ਸ਼ਹਾਦਤ ਵੀ ਦੇ ਦਿੱਤੀ, ਔਰੰਗਜ਼ੇਬ ਦੀ ਪਿਆਸ ਨਾ ਬੁਝੀ, ਫਿਰ ਤੂੰ ਕੀ ਕਰੇਂਗਾ? ਕਹਿੰਦੇ ਨੇ ਗੁਰੂ ਸਾਹਿਬ ਮੰਮੀ ਹੈ, ਮੰਮੀ ਨੂੰ ਤੋੜ ਦਾਂਗਾ, ਮਾਤਾ ਜੀ ਚਲੇ ਜਾਣਗੇ ਸ਼ਹੀਦ ਹੋਣ ਲਈ। ਕਹਿੰਦੇ ਫਿਰ ਵੀ ਪਿਆਸ ਨਾ ਬੁਝੀ। ਕਹਿੰਦੇ ਫਿਰ ਮੈਂ ਤੇ ਬੈਠਾ ਨਾ। ਪਰ ਮੈਂ ਦੇਖਿਆ ਧੰਨ ਨੇ ਕਲਗੀਧਰ ਪਿਤਾ, ਵੱਡੇ ਹੋ ਗਏ ਨੇ, 4 ਲੜਕੇ ਵੀ ਹੋ ਗਏ ਨੇ, ਪਰ ਔਰੰਗਜ਼ੇਬ ਦੀ ਪਿਆਸ ਨਹੀਂ ਬੁਝੀ, ਆਪਣੇ ਵਾਅਦੇ ਤੇ ਟਿਕੇ ਰਹੇ। ਮਾਂ ਨੂੰ ਤੋੜ ਦਿੱਤਾ, ਜਾ ਮਾਂ ਸ਼ਹੀਦ ਹੋ, ਪਿਆਸ ਬੁਝਾ ਉਸਦੀ। 2 ਲਾਲਾਂ ਨੂੰ 17 ਸਾਲ 14 ਸਾਲ ਚਮਕੌਰ ਦੀ ਗੜੀ ਵਿੱਚ ਤੋੜ ਦਿੱਤਾ, ਜਾਓ ਬੱਚੇ, ਕਿਸੇ ਹੋਰ ਦੇ ਬੱਚੇ ਅਨਾਥ ਨਾ ਹੋਣ, ਤੁਸੀਂ ਭਾਵੇਂ ਚਲੇ ਜਾਓ ਮੇਰੀ ਅੱਖਾਂ ਦੇ ਅੱਗੇ। 9 ਸਾਲ 7 ਸਾਲ ਦੇ ਬੱਚੇ ਨੀਹਾਂ ਚਿਣ ਰਹੇ ਨੇ, ਕੋਈ ਬੇਖੌਫ ਡਰ ਹੀ ਕੋਈ ਨਹੀਂ। ਹਾਂ, ਨੀਹਾਂ ਚਿਣਦੇ ਹੋਏ ਵੱਡੇ ਸਾਹਿਬਜ਼ਾਦੇ ਸਨ ਜ਼ੋਰਾਵਰ ਸਿੰਘ, ਛੋਟੇ ਸਨ ਬਾਬਾ ਫਤਿਹ ਸਿੰਘ। ਜਦੋਂ ਨੀਹਾਂ ਛਾਤੀ ਤੱਕ ਪਹੁੰਚੀਆਂ ਤੇ ਜ਼ੋਰਾਵਰ ਸਿੰਘ ਰੋ ਪਏ ਸਨ। ਵਜ਼ੀਰ ਖਾਨ ਨੂੰ ਉਦੋਂ ਤਰਸ ਆਇਆ, 60 ਸਾਲ ਦਾ ਵਜ਼ੀਰ ਖਾਨ, 7 ਸਾਲ ਦੇ ਸਾਹਿਬਜ਼ਾਦੇ ਕੋਲ ਆ ਜਾਂਦਾ ਕਿ ਉਤਾਰ ਦਿਆਂ ਇੱਟਾਂ। ਉਦੋਂ ਤੱਕ ਉਹਨਾਂ ਦੇ ਘੁਟਨੇ ਛਿੱਲ ਦਿੱਤੇ ਗਏ ਸਨ, ਕਿਉਂਕਿ ਦੀਵਾਰ ਸਿੱਧੀ ਨਹੀਂ ਚੜ੍ਹ ਰਹੀ ਸੀ, ਘੁਟਨੇ ਅੱਗੇ ਆਉਂਦੇ ਨੇ। ਤੇ ਉਹ ਪੁੱਛਦਾ ਜਲਾਲੁਦੀਨ ਜਲਾਦ ਜਿਹੜਾ ਹੁੰਦਾ ਕਿ ਇੱਟਾਂ ਕੱਟ ਦਿਆਂ ਕਰਵ ਵਿੱਚ, ਕਿ ਸਿੱਧੀ ਨਹੀਂ ਹੋ ਰਹੀ। ਕਹਿੰਦੇ ਇੱਟਾਂ ਬਹੁਤ ਮਹਿੰਗੀਆਂ, ਇਹਨਾਂ ਦੇ ਗੋਡੇ ਕੱਟ ਦਿਓ। ਨੀ ਕੈਪਸ ਉਤਾਰ ਦਿੱਤੇ ਸੀ ਇਹਨਾਂ ਦੇ, 7 ਸਾਲ ਔਰ 9 ਸਾਲ। ਵਜ਼ੀਰ ਖਾਨ ਕਹਿੰਦਾ ਉਦੋਂ ਤੁਸੀਂ ਨਹੀਂ ਰੋਏ, ਹੁਣ ਛਾਤੀ ਤੱਕ ਦੀਵਾਰ ਆਈ ਹੈ, ਹੁਣ ਰੋ ਰਹੇ ਹੋ। ਉਤਾਰ ਦਿਆਂ ਇੱਟਾਂ, ਹੁਣੇ ਵੀ ਬਚ ਜਾਓਗੇ, ਕਰਾ ਦਾਂਗੇ ਇਲਾਜ, ਉਤਾਰ ਦਿਆਂ। ਤੇ ਜ਼ੋਰਾਵਰ ਸਿੰਘ ਹੱਸ ਪੈਂਦੇ ਨੇ ਇੱਕਦਮ, ਕਹਿੰਦੇ ਨੇ ਤੈਨੂੰ ਭੁਲੇਖਾ ਹੈ ਕਿ ਮੈਂ ਰੋ ਰਿਹਾ, ਇਸ ਕਰਕੇ ਕਿ ਮੈਂ ਮਰਨ ਲਗਾ। ਕਹਿੰਦੇ ਮੈਂ ਰੋ ਜ਼ਰੂਰ ਰਿਹਾ, ਰੀਜ਼ਨ ਕੁਝ ਹੋਰ ਹੈ। ਕਹਿੰਦੇ ਰੀਜ਼ਨ ਕੀ ਹੈ? ਕਹਿੰਦੇ ਇਸ ਦੁਨੀਆ ਵਿੱਚ ਮੈਂ ਫਤਿਹ ਸਿੰਘ ਤੋਂ ਪਹਿਲੇ ਆਇਆ ਸੀ ਤੇ ਇੱਟਾਂ ਚੜ ਰਹੀਆਂ, ਮੇਰੀ ਛਾਤੀ ਤੱਕ ਆਈ ਹੈ, ਇਸ ਦੇ ਸਿਰ ਤੱਕ ਪਹੁੰਚ ਰਹੀ ਹੈ। ਮਰ ਇਹ ਪਹਿਲੇ ਜਾਏਗਾ, ਦਾਦੇ ਨੂੰ ਇਹ ਪਹਿਲੇ ਮਿਲ ਲੇਗਾ, ਮੈਂ ਇਸ ਕਰਕੇ ਰੋ ਰਿਹਾ। ਪਹਿਲੇ ਮੈਂ ਕਿਉਂ ਨਾ ਮਰ ਸਕਿਆ, ਪਹਿਲੇ ਮੈਂ ਕਿਉਂ ਨਹੀਂ ਸ਼ਹੀਦ ਹੋ ਪਾ ਰਿਹਾ, ਇਸ ਕਰਕੇ ਰੋ ਰਿਹਾ। ਜਲਾਦ ਦੇ ਹੱਥੋਂ ਛੁਰੇ ਛੁੱਟ ਗਏ ਸਨ। ਇਹ ਕਿਸ ਦਾਦੇ ਦੀ ਕਮਾਈ ਉਹ ਬੱਚੇ ਖਾ ਰਹੇ ਸਨ, ਜਿਨ੍ਹਾਂ ਦੀ ਸ਼ਹਾਦਤ ਵੀ ਲਾਸਾਨੀ ਹੈ। ਐਸੀ ਸ਼ਹਾਦਤ ਅੱਜ ਤੱਕ ਕਿਸੇ ਦੀ ਨਹੀਂ ਹੋਈ। ਸ਼ਹੀਦ ਹੋਏ ਲੋਕੀ ਆਪਣੇ ਪਰਿਵਾਰ ਕਰਕੇ, ਆਪਣੇ ਧਰਮ ਕਰਕੇ, ਆਪਣੇ ਮਜ਼ਹਬ ਕਰਕੇ ਜਾਂ ਆਪਣੇ ਨਿੱਜੀ ਕਾਰਨਾਂ ਕਰਕੇ ਸ਼ਹੀਦ ਹੋਏ, ਪਰ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਲਈ, ਕਿਸੇ ਹੋਰ ਦੇ ਬਾਪ ਨੂੰ ਬਚਾਉਣ ਲਈ, ਕਿਸੇ ਹੋਰ ਦੇ ਬੱਚਿਆਂ ਨੂੰ ਬਚਾਉਣ ਲਈ, ਕਿਸੇ ਦਾ ਤਿਲਕ ਜਾਂ ਜੰਜੂ ਰੱਖਣ ਲਈ ਆਪਣੀ ਆਂਦਰਾ ਦਾ ਜੰਜੂ ਪਾ ਦੇਣ ਵਾਲੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਹੋਏ ਨੇ, ਹੋਰ ਕੋਈ ਵੀ ਨਹੀਂ ਹੋਇਆ। ਤਾਂ ਹੀ ਅਸੀਂ ਕਹਿੰਦੇ ਹਾਂ ਲਾਸਾਨੀ ਸ਼ਹੀਦ। ਫਿਰ ਲੋਕੀ ਇਹ ਸੋਚ ਲੈਂਦੇ ਨੇ ਕਿ ਹਿੰਦੂ ਧਰਮ ਦੇ ਹਿਮਾਇਤੀ ਸਨ ਗੁਰੂ ਤੇਗ ਬਹਾਦਰ ਸਾਹਿਬ, ਕਿ ਉਹ ਕਹਿੰਦੇ ਨੇ ਕਿ ਹਿੰਦੂ ਔਰ ਸਿੱਖ ਧਰਮ ਬੜਾ ਨੇੜਲਾ ਧਰਮ ਹੈ, ਤਾਂ ਕਰਕੇ ਗੁਰੂ ਸਾਹਿਬ ਨੇ ਸ਼ਹਾਦਤ ਦੇ ਦਿੱਤੀ। ਮੈਂ ਇੱਕ ਗੱਲ ਇੱਥੇ ਇਹ ਵੀ ਕਲੀਅਰ ਕਰਦਾ, 22 ਧਾਰ ਦੇ ਰਾਜਿਆਂ ਨੇ 1687 ਵਿੱਚ ਜੰਗ ਲੜੀ, ਇੱਕ ਵੀ ਰਾਜਾ ਮੁਸਲਮਾਨ ਨਹੀਂ ਸੀ। 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਰਹੇ ਨੇ, ਕਿਸ ਧਰਮ ਲਈ? ਹਿੰਦੂ ਧਰਮ ਲਈ। 12 ਸਾਲ ਬਾਅਦ ਹੀ ਉਹੀ ਹਿੰਦੂ ਬਾਗੀ ਹੋ ਜਾਂਦੇ ਨੇ, ਉਹੀ ਹਥਿਆਰ ਚੁੱਕ ਕੇ ਆ ਰਹੇ ਨੇ ਗੁਰੂ ਗੋਬਿੰਦ ਸਿੰਘ ਕੋਲ। 22 ਧਾਰ ਦੇ 22 ਡਿਸਟ੍ਰਿਕਟਸ ਦੇ ਰਾਜੇ ਗੁਰੂ ਗੋਬਿੰਦ ਸਿੰਘ ਨੂੰ ਮਾਰਨ ਆ ਰਹੇ ਨੇ। 19 ਸਾਲ ਦੇ ਗੁਰੂ ਗੋਬਿੰਦ ਸਿੰਘ ਨੌਜਵਾਨ ਲੜਕੇ ਨੂੰ ਮਾਰਨ ਆ ਰਹੇ ਨੇ, 12 ਸਾਲ ਵਿੱਚ ਅਹਿਸਾਨ ਭੁਲਾ ਬੈਠੇ। ਪਰ ਦੇਖੋ ਕਲਗੀਧਰ ਦਾ ਬਿਰਧ, ਉਹ ਫਿਰ ਵੀ ਤਿਆਰ ਨੇ, ਕਹਿੰਦੇ ਔਰੰਗਜ਼ੇਬ ਹੁਣ ਵੀ ਤੂੰ ਕਿਸੇ ਹਿੰਦੂ ਨੂੰ ਮਾਰੇਗਾ ਤਾਂ ਵੀ ਮੈਂ ਮਰਨ ਨੂੰ ਤਿਆਰ ਹਾਂ। ਉਸ ਤੋਂ ਬਾਅਦ ਸ਼ਹਾਦਤਾਂ ਦਿੱਤੀਆਂ। ਤੇ ਗੁਰੂ ਸਾਹਿਬ ਕਿਸੇ ਇੱਕ ਧਰਮ ਦੇ ਪੱਖਵਾਦੀ ਨਹੀਂ ਸਨ, ਬਾਇਸ ਨਹੀਂ ਸਨ ਬਿਲਕੁਲ ਵੀ। ਮੈਂ ਸੋਚਦਾ ਔਰੰਗਜ਼ੇਬ ਦੀ ਜਗ੍ਹਾ ਕੋਈ ਹਿੰਦੂ ਰਾਜਾ ਬੈਠਿਆ ਹੁੰਦਾ ਤੇ ਮੁਸਲਮਾਨਾਂ ਤੇ ਜ਼ੋਰ ਕਰ ਰਿਹਾ ਹੁੰਦਾ ਤੇ ਗੁਰੂ ਸਾਹਿਬ ਨੇ ਤਾਂ ਮੁਸਲਮਾਨਾਂ ਲਈ ਵੀ ਸ਼ਹੀਦ ਹੋ ਜਾਣਾ ਸੀ।
क्योंकि वो कहते हैं हिंदू तुरक को राफ जी इमाम साफी मानस की जात सब है एक है पहचान वो। कहते जितना प्यारा मैनू सिख है उतना ही प्यारा हिंदू है, उतना ही प्यारा मुसलमान है। बड़ा वड्डा एग्जाम्पल साढ़े कोल है, जो गुरु गोबिंद सिंह होरी जंग लड़ रहे हैं ना, उन्होंने कोल पीर बुद्धू शाह मुसलमान फकीर है और उसके 700 मुरीद भी लड़ रहे हैं, मुसलमानों के खिलाफ ही जंग हो रही है। तो गुरु साहब ने किसी ने पूछा कि तुसी मुसलमानों के खिलाफ जंग लड़ रहे हो? कहते नहीं नहीं, इस्लाम के खिलाफ जंग नहीं है, ये उन्होंने हंकार के खिलाफ जंग है, सिर्फ उन्होंने हंकार तोड़ना है। जफरनामे में लिखते हैं ना, औरंगजेब तू बड़ा खूबसूरत है, तू 5 वक्त नमाज भी पढ़ता है, तेरे हाथ में माला तस्बीह भी रही है, अल्लाह जपदा ही रहना है, तां भी औरंगजेब तू सच्चा मुसलमान नहीं। गुरबाणी का वाक सुनाते हैं गुरु साहब, मुसलमान मोम दिल होवै अंतर कीमल दिल ते तोवै। कहते गुरु ग्रंथ साहब सानू दस देन कि मुसलमान कौन है। मुसलमान वो है जिसका दिल मोम वर्गा होए, तेरा तो पत्थर तो भी सख्त दिल है औरंगजेब। इस करके गुरु साहब ਨੂੰ लासानी शहीद किया जाता है। हिंद की चादर मैंने लगता है बड़ा छोटा जिहा दायरा दे देंगे असं गुरु साहब ने कह के कि हिंदू धर्म की चादर ने, पर ठीक है किसी की भावना है, कोई कह रहा साड़ा धर्म बचाए तो हिंद की चादर, कहना ठीक है। जिवें मैं कहा जपजी साहब के 100 टीके ने, केड़ा सही है? सारे ही ठीक ने। ज्ञान की गहराई जिसकी जिन्नी पहुँची, किसी ने ओशन तो जाके कटोरी एक पानी लै लिया, किसी ने चम्मच ही लिया, किसी ने गिलास, किसी ने डोल ही भर लिया, तो किसी ने खूह ही खोद लिया, किसी ने पूरी नदी लै ली। सारिਆਂ ਦਾ ज्ञान ठीक है, पानी सारिਆਂ ਦਾ ओशन तो ही आ रहा, समंदर तो ही आ रहा। जिसने कह दिता हिंद की चादर वो भी ठीक। पर मैं देखदा कवि सैनापत होए ने 1706 के अराउंड, इन्होंने एक अपनी लेखनी विच गुरु साहब नूं सृष्टि की चादर लिखा। ये गुरु गोबिंद सिंह साहब के नाल दे कवि ने। गुरु गोबिंद सिंह साहब भी इस समय है सन, 1708 में चलाना किया। वो लिखते हैं प्रगट भये गुरु तेग बहादुर सगल सृष्ट पै टापी चादर, सृष्टि की चादर सगल सृष्ट। मैं देखता हूँ लिख रहे हैं कि सिर्फ हिंदू धर्म की नहीं, पूरी सृष्टि की चादर ने गुरु साहब, पूरी सृष्टि को बचाने वाले ने। पर मैं देखता ये भी बहुत छोटा दायरा है, एक सृष्टि एक यूनीवर्स भी बहुत छोटा है। जो गुरु गोबिंद सिंह जी लिखणगे वो बड़ी वड्डी कलम होएगी। तो गुरु साहब लिखते हैं धर्म हेत साका जिन किया सीस दिया पर सिरर ना दिया, सीस ते दे दिता अपना सिदक तो ना डोले। तो ये गुरु गोबिंद सिंह की कलम लिखती है कि धर्म की चादर ने, मैंने लगता बड़ा एप्रोप्रिएट है। हुण इधर धर्म का मतलब मजहब नहीं है, रिलीजन नहीं है, धर्म का मतलब नियम है, कानून है, कुदरत का कानून। गुरु साहब लिखते हैं जदों जदों कुदरत के कानून के खिलाफ कोई गल हुंदी रही, उदों उदों गुरु तेग बहादुर साहब आते रहे और बलिदान देंदे रहे। धर्म हेत साका जिन किया। हुण धर्म की असीं जपजी साहब पढ़ते हैं, धौल धर्म दया का एक नियम है जिससे सारी सृष्टि चल रही है। अर्थ रोटेट कर रही है, रेवोल्यूट कर रही है, ईस्ट टू वेस्ट ही कर रही है। सन अपनी जगह पर रोटेट कर रहा है, रिवॉल्व कर रहा है, बहुत स्लो कर रहा है। पानी थल्ले ही बहता है, हवा चलती रहती है। अग का काम है जला देना, पानी का काम है बुझा देना। ये सारे बन्ने हुए नियम विच। इस नियम नूं धर्म कानून कहते हैं, कुदरत का कानून। कुदरत के कानून हक सच लई शहीद होने वाले गुरु तेग बहादुर साहब ने, मैंने लगता सब तो एप्रोप्रिएट ये होएगा। दायरा ही बहुत वड्डा कर दिता। परमात्मा का जो भी नियम है उसके उपर चादर, उस नियम की रखवाली करने वाले हैं गुरु तेग बहादुर साहब। शहादत विच शहीद का मतलब की होंदा? गवाही। कोर्ट विच भी अज भी ये वर्ड यूज होंदा है, शहीद कौन है? कोर्ट विच पुछदा है जज कि शहीद कौन है, कौन शहादत देने आया है। शहादत का मतलब गवाही भरन कौन आया है, कौन इसके नाल खड़ा है, जिसनों असीं कहते हैं विटनेस, जिसने सामने देखा आई विटनेस। तो गुरु साहब सच दे शहीद सीगे, और सच लई आवाज़ उन्होंने बुलंद की कि औरंगजेब तू किसे तो तलवार नाल प्रचार करें तो जोर जबरदस्ती किसे तो अपना हुक्म मनाए, ये मैं होण ही नहीं देंगा। सवाल ही नहीं उठता कि मैं होण दें। हाँ कोई अपनी मर्जी नाल धर्म बदल ले, वो वखरी गल है। पर कहते कबीर जोर किया सो जुल्म है, ले जवाब खुदाए दफ्तर लेखा नीकसै मार मुँह मुखाए। कहते तेनों मूँह ही मूँह चपेड़ा पैन गया परमात्मा के दर ते कि तू जोर करके किसी का धर्म बदला रहे। इस करके असीं उन्होंने कह रहे हैं लासानी शहीद, उन्होंने बराबरी का कोई भी शहीद नहीं है। एक मैनू टाइम की भी हिंट देंदे रहना क्योंकि मेरे को टाइम है नहीं। फिर गुरु तेग बहादुर साहब की जो औरंगजेब नाल गल हुंदी है तो औरंगजेब
4-5 ਸਵਾਲ ਉਹਨਾਂ ਦੇ ਅੱਗੇ ਰੱਖਦਾ ਹੈ, ਜਿਸ ਦੇ ਜਵਾਬ ਗੁਰੂ ਸਾਹਿਬ ਉਸੇ ਦੀ ਭਾਸ਼ਾ ਵਿੱਚ ਉਸਨੂੰ ਦੇ ਦਿੰਦੇ ਨੇ। ਆਗਰਾ ਵਿੱਚ ਮੁਲਾਕਾਤ ਗੁਰੂ ਸਾਹਿਬ ਦੀ ਹੁੰਦੀ ਹੈ ਔਰੰਗਜ਼ੇਬ ਨਾਲ। ਔਰੰਗਜ਼ੇਬ ਕਹਿੰਦਾ ਹੈ, ਸਤਿਗੁਰ ਜੀ ਅਸੀਂ ਦੀਨ ਦੇ ਝੰਡੇ ਝੁਲਾ ਦਿਆਂਗੇ। ਦੀਨ ਧਰਮ, ਕਹਿੰਦਾ 2 ਧਰਮ ਨੇ, ਅਸੀਂ ਇਸ ਨੂੰ ਇੱਕ ਬਣਾ ਕੇ ਰੱਖਾਂਗੇ। ਵੱਡਾ ਧਰਮ ਹਿੰਦੂ ਸੀ, ਦੂਸਰਾ ਇਸਲਾਮ ਸੀ। ਸਿੱਖ ਧਰਮ ਤੇ ਮੰਨਦਾ ਹੀ ਕੁਛ ਨਹੀਂ ਸੀ। ਕਹਿੰਦਾ ਸਤਿਗੁਰ ਜੀ ਤੁਸੀਂ ਦੇਖ ਲੈਣਾ, ਅਸੀਂ ਦੀਨ ਦੇ ਝੰਡੇ ਝੁਲਾ ਦਿਆਂਗੇ। ਤੇ ਗੁਰਾਂ ਆਖਿਆ, ਸ਼ਾਹ ਜੀ ਤੁਸੀਂ ਵੀ ਵੇਖ ਲੈਣਾ, ਅਸੀਂ 2 ਤੋਂ 3 ਬਣਾ ਦਿਆਂਗੇ। ਤੂੰ 2 ਤੋਂ 1 ਬਣਾ ਰਿਹਾ, ਮੈਂ 2 ਤੋਂ 3 ਬਣਾ ਕੇ ਰੱਖ ਦਾਂਗਾ। 1699 ਤੀਸਰਾ ਧਰਮ ਪੈਦਾ ਹੋ ਗਿਆ, ਖਾਲਸਾ। ਫਿਰ ਔਰੰਗਜ਼ੇਬ ਕਹਿੰਦਾ ਹੈ, ਸਤਿਗੁਰ ਜੀ ਤੁਸੀਂ ਵੇਖ ਲੈਣਾ, ਅਸੀਂ ਮੰਦਿਰ ਵਿੱਚੋਂ ਆਰਤੀ ਦੀਆਂ ਜੋਤਾਂ ਬੁਝਾ ਦਿਆਂਗੇ। ਤੇ ਗੁਰੂ ਜੀ ਕਹਿੰਦੇ ਨੇ, ਔਰੰਗਜ਼ੇਬ ਤੂੰ ਵੇਖ ਲਈ, ਆਪਣਾ ਖੂਨ ਪਾ ਕੇ ਆਰਤੀ ਦੀ ਇੱਕ ਨਵੀਂ ਜੋਤ ਜਗਾ ਦਿਆਂਗੇ। ਔਰੰਗਜ਼ੇਬ ਕਹਿੰਦਾ ਸਤਿਗੁਰ ਜੀ ਅਸੀਂ ਦਿਨਾਂ ਵਿੱਚ ਜੰਜੂ ਲਵਾ ਦਿਆਂਗੇ। ਗੁਰੂ ਸਾਹਿਬ ਕਹਿੰਦੇ ਨੇ ਆਪਣੀ ਆਂਦਰਾਂ ਦਾ ਅਸੀਂ ਇੱਕ ਨਵਾਂ ਹੀ ਜੰਜੂ ਪਾ ਦਿਆਂਗੇ। ਔਰੰਗਜ਼ੇਬ ਫਿਰ ਕਹਿੰਦਾ ਸਤਿਗੁਰ ਜੀ ਵੇਖ ਲੈਣਾ, ਕੰਮ ਕਰਕੇ ਅਸੀਂ ਵਿਖਾ ਦਿਆਂਗੇ। ਤੇ ਗੁਰੂ ਵੀ ਕਹਿੰਦੇ ਨੇ ਕਿ ਤੂੰ ਵੀ ਵੇਖ ਲਈ, ਆਪਣਾ ਸਿਰ ਦੇ ਕੇ ਤੇਰੇ ਕੰਮ ਵਿੱਚ ਅਸੀਂ ਰੋੜਾ ਅਟਕਾ ਦਿਆਂਗੇ। ਸਿਰ ਦੇ ਦਿੱਤਾ। ਠੀਕ ਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ। ਇਸ ਦੋਹਰੇ ਨੂੰ ਸਮਝ ਲਈਏ। ਠੀਕਰ ਫੋਰ, ਆਪਣੇ ਤਨ ਦਾ ਠੀਕਰਾ ਜਾ ਕੇ ਔਰੰਗਜ਼ੇਬ ਦੇ ਸਿਰ ਤੇ ਪੰਨਿਆ। ਠੀਕਰ ਫੋਰ ਦਲੀਸ, ਦਲੀਸ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਆਪਣੇ ਤਨ ਦਾ ਠੀਕਰਾ ਤੋੜ ਕੇ, ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਉਹ ਕੋਈ ਨਹੀਂ ਕਰ ਸਕਦਾ। ਤੇਗ ਬਹਾਦਰ ਸੀ ਕਿਰਿਆ, ਤੇਗ ਬਹਾਦਰ ਜੈਸੀ ਕਿਰਿਆ, ਤੇਗ ਬਹਾਦਰ ਵਰਗਾ ਕੰਮ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਵਰਗਾ ਕੰਮ ਕੋਈ ਨਹੀਂ ਕਰ ਸਕਦਾ। ਕਿਉਂ? ਤੇਗ ਬਹਾਦਰ ਕੇ ਚਲਤ, ਜਦੋਂ ਤੇਗ ਬਹਾਦਰ ਸੰਸਾਰ ਤੋਂ ਚਲੇ ਗਏ, ਭਇਓ ਜਗਤ ਕੋ ਸ਼ੋਕ, ਸਾਰਾ ਸੰਸਾਰ ਸ਼ੋਕ ਮਨਾ ਰਿਹਾ ਸੀ। ਸਾਰੇ ਹਾਏ ਹਾਏ ਕੁਰਲਾਹਟ ਪੈ ਗਈ, ਹੈ ਸਭ ਜਗ ਪਇਓ। ਪਰ ਇੱਕ ਜਗ੍ਹਾ ਖੁਸ਼ੀਆਂ ਦੇ ਢੋਲ ਵੱਜ ਰਹੇ ਸਨ। ਕਿੱਧਰ? ਦੇਵਲੋਕ ਵਿੱਚ, ਕਿ ਸਾਡੇ ਕੋਲ ਇੱਕ ਪਵਿੱਤਰ ਆਤਮਾ ਆ ਰਹੀ ਹੈ। ਧਰਤੀ ਕੁਰਲਾ ਰਹੀ ਸੀ, ਇੱਕ ਪਵਿੱਤਰ ਆਤਮਾ ਚਲੀ ਗਈ। ਸਵਰਗ ਲੋਕ ਖੁਸ਼ ਹੋ ਰਿਹਾ ਸੀ ਕਿ ਇੱਕ ਪਵਿੱਤਰ ਆਤਮਾ ਆ ਰਹੀ ਹੈ ਸਭ ਜਗ ਭਇਓ, ਜੈ 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 ਸੁਰਲੋਕ। ਸਾਰੇ ਉਧਰ ਸਵਰਗ ਲੋਕ ਵਿੱਚ, ਦੇਵਲੋਕ ਵਿੱਚ ਖੁਸ਼ ਹੋ ਰਹੇ ਸਨ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਰਹੇ ਹਨ। ਐਸੀ ਸ਼ਖਸੀਅਤ ਸੀ ਉਹਨਾਂ ਦੀ। ਅਸੀਂ ਤਾਂ ਉਹਨਾਂ ਨੂੰ ਕੀ ਕਹਿੰਦੇ ਹਾਂ? ਲਾਸਾਨੀ ਸ਼ਹੀਦ। ਇਹ ਮੈਂ ਦੱਸਿਆ 12 ਸਾਲ ਬਾਅਦ ਉਹ ਬਾਗੀ ਹੋ ਗਏ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਪਤਾ ਸੀ ਕਿ ਮੈਂ ਘਰੋਂ ਬਾਹਰ ਕਦਮ ਪੁੱਟ ਰਿਹਾ, ਵਾਪਿਸ ਨਹੀਂ ਆਵਾਂਗਾ, ਕੀ ਉਹ ਇੰਨੇ ਦੂਰਦ੍ਰਿਸ਼ਟ ਨਹੀਂ ਸਨ ਕਿ ਉਹਨਾਂ ਨੂੰ ਪਤਾ ਹੋਵੇ ਕਿ 12 ਸਾਲ ਬਾਅਦ ਬਾਗੀ ਹੋ ਜਾਣਗੇ? ਪਤਾ ਹੋਏਗਾ ਉਹਨਾਂ ਨੇ? ਨਹੀਂ। ਅਸੀਂ ਕਹਿੰਦੇ ਘਟ ਕੇ ਅੰਤਰ ਕੀ ਜਾਣਤ, 100% ਪਤਾ ਹੋਏਗਾ। ਪਰ ਉਹ ਨਾ, ਜਿਵੇਂ ਅਸੀਂ ਕਿਹਾ ਸਾਂਝਾ ਸਾਹਿਬ ਬਾਪ ਹਮਾਰਾ। ਬੱਚਾ ਲੱਖ ਵੀ ਗਲਤੀ ਕਰੇ ਨਾ, ਆਪਣਾ ਬੱਚਾ ਹੋਵੇ ਸਹੀ, ਤੇ ਮਾਂ ਉਸਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ। ਦੂਸਰੇ ਦਾ ਬੱਚਾ ਕੋਈ ਗਲਤੀ ਕਰੇ ਸਹੀ, ਤੇ ਚੰਡਾ ਠੋਕਣ ਨੂੰ ਉਹੀ ਮਾਂ ਤਿਆਰ ਹੈ, ਕਿਉਂਕਿ ਦੂਸਰੇ ਦਾ। ਇੱਕ ਮੈਨੂੰ ਕਹਾਣੀ ਯਾਦ ਆਉਂਦੀ ਹੈ। ਬੱਚਾ ਜਲਦੀ ਵਿੱਚ ਸਕੂਲ ਬੱਸ ਵਿੱਚ ਚੜ੍ਹ ਗਿਆ, ਟਿਫਿਨ ਰਹਿ ਗਿਆ ਮਾਂ ਕੋਲ। ਪੜੋਸੀ ਨੂੰ ਕਹਿੰਦੀ ਹੈ ਤੁਸੀਂ ਉੱਧਰ ਨੂੰ ਜਾ ਰਹੇ ਹੋ, ਮੇਰਾ ਬੱਚਾ ਸਕੂਲ ਪੜ੍ਹਦਾ ਹੈ, ਤੇ ਤੁਸੀਂ ਉਸਨੂੰ ਟਿਫਿਨ ਦੇ ਦੇਣਾ। ਕਹਿੰਦਾ ਮੈਂ ਤੇ ਬੱਚਾ ਦੇਖਿਆ ਹੀ ਨਹੀਂ ਹੋਇਆ। ਕਹਿੰਦੀ ਜਿਹੜਾ ਸਭ ਤੋਂ ਖੂਬਸੂਰਤ ਬੱਚਾ ਉਹ ਮੇਰਾ ਹੈ। ਆਪਣਾ ਬੱਚਾ ਭਾਵੇਂ ਵਿੰਗਾ ਟੇਢਾ ਵੀ ਹੋਏਗਾ, ਉਹ ਵੀ ਮਾਂ ਲਈ ਸਭ ਤੋਂ ਖੂਬਸੂਰਤ ਹੀ ਹੈ। ਤੇ ਗੁਰੂ ਤੇਗ ਬਹਾਦਰ ਤੇ ਸਾਰੀ ਸ੍ਰਿਸ਼ਟੀ ਦਾ ਬਾਪ ਹੈ। ਔਰੰਗਜ਼ੇਬ ਵੀ ਉਹਨਾਂ ਦਾ ਹੀ ਲੜਕਾ ਹੈ, ਉਹਨਾਂ ਦਾ ਹੀ ਬੱਚਾ ਹੈ। ਤੇ ਇਸ ਕਰਕੇ ਉਹ ਕਿਸੇ ਦੇ ਔਗੁਣ ਭੁੱਲਾਂ ਦੇਖਦੇ ਹੀ ਨਹੀਂ ਹਨ। ਅਸੀਂ ਸ਼ਬਦ ਪੜ੍ਹਿਆ, ਹਉ ਸੰਮਲ ਥੱਕੀ ਜੀਓ ਕਦੇ ਨਾ ਬੋਲੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗੁਣ ਕੋ ਨਾ ਚਿਤਾਰੈ। ਉਹ ਔਗੁਣ ਦੇਖਦਾ ਹੀ ਨਹੀਂ ਹੈ। ਪਤਾ ਸੀ ਉਹਨਾਂ ਨੂੰ 12 ਸਾਲ ਬਾਅਦ ਜਿਸ ਧਰਮ ਲਈ ਮੈਂ ਸ਼ਹਾਦਤ ਦੇਣ ਜਾ ਰਿਹਾ, ਇਹੀ ਮੇਰੇ ਲੜਕੇ ਨੂੰ ਮਾਰਨ ਆਉਣਗੇ, ਤਾਂ ਵੀ ਸ਼ਹੀਦ ਕਰਾ ਦਿੱਤਾ ਆਪਣੇ ਆਪ ਨੂੰ। ਕਿਉਂ? ਇੱਕ ਛੋਟਾ ਜਿਹਾ ਬੱਚਾ ਸੀ, ਦਹਲੀਜ਼ ਤੇ ਬੈਠੇ ਸਨ, ਬਰਾਂਡਾ ਖੁੱਲ੍ਹਾ ਸੀ, ਇੱਕ ਕਾਂ ਆ ਕੇ ਬੈਠ ਗਿਆ। ਮਾਂ ਦੀ ਗੋਦੀ ਵਿੱਚ ਬੈਠਿਆ ਸੀ ਬੱਚਾ, ਤੇ ਬੱਚਾ ਕਹਿੰਦਾ ਮਾਂ ਉਹ ਦੇਖ ਕਾਂ। ਮਾਂ ਕਹਿੰਦੀ ਹਾਂ ਬੱਚੇ ਕਾਂ। ਦੁਬਾਰਾ ਕਹਿੰਦਾ ਮਾਂ ਕਾਂ। ਕਹਿੰਦੀ ਹਾਂ ਬੇਟਾ ਕਾਂ। ਫਿਰ ਕਹਿੰਦਾ ਮਾਂ ਕਾਂ। ਕਹਿੰਦੀ ਹਾਂ ਬੇਟਾ ਕਾਂ। ਇੰਨੀ ਦੇਰ ਨੂੰ ਉਸਦਾ ਪਿਓ ਹੋ ਜਾਂਦਾ, ਕਹਿੰਦਾ ਇਹ ਵੀ ਬੋਲੀ ਜਾ ਰਿਹਾ ਤੇ ਤੂੰ ਵੀ ਪਿੱਛੇ ਬੋਲੀ ਜਾ ਰਹੀ। ਕਹਿੰਦੀ ਲਾਡ ਵਿੱਚ ਹੈ ਨਾ। ਕਹਿੰਦੀ ਤੁਸੀਂ ਇੱਕ ਕੰਮ ਕਰੋ, ਪੈਨਸਿਲ ਤੇ ਪੇਪਰ ਲਿਆਓ ਤੇ ਲਕੀਰਾਂ ਮਾਰੀ ਜਾਓ, ਕਿੰਨੀ ਵਾਰ ਬੋਲਦਾ।
ਉਹ ਬੋਲੀ ਗਿਆ ਮਾਂ ਕਾਂ, ਤੇ ਮਾਂ ਵੀ ਪਿਆਰ ਨਾਲ ਬੋਲੀ ਗਈ ਹਾਂ ਬੱਚੇ ਕਾਂ, ਮਾਂ ਕਾਂ, ਹਾਂ ਬੱਚੇ ਕਾਂ। ਲਕੀਰਾਂ ਮਾਰਦੇ ਮਾਰਦੇ ਉਸਦਾ ਪਿਓ ਥੱਕ ਗਿਆ। ਜਦੋਂ ਉਸਨੇ ਆਖਰੀ ਵਾਰ ਬੋਲਿਆ ਹਾਂ ਬੱਚੇ ਕਾਂ, ਤੇ 100 ਲਕੀਰਾਂ ਪੈ ਚੁੱਕੀਆਂ ਸਨ। 100 ਵਾਰ ਉਸ ਬੱਚੇ ਨੇ ਬੋਲਿਆ ਮਾਂ ਕਾਂ। ਮਾਂ ਔਖੀ ਨਹੀਂ ਹੋਈ, ਉਸਨੇ ਕਿਹਾ ਹਾਂ ਬੇਟਾ ਕਾਂ। ਬੱਚਾ ਹੋ ਗਿਆ ਵੱਡਾ, ਜਵਾਨ ਹੋ ਗਿਆ। ਇੱਕ ਦਿਨ ਬਜ਼ੁਰਗ ਮਾਂ ਉਸੇ ਦਹਲੀਜ਼ 'ਤੇ ਬੈਠੀ ਹੈ, ਬੱਚਾ ਕੋਲ ਆਪਣੇ ਦਫ਼ਤਰ ਦਾ ਕੰਮ ਕਰ ਰਿਹਾ ਹੈ। ਕਾਂ ਬਨੇਰੇ 'ਤੇ ਆ ਕੇ ਬੈਠ ਗਿਆ। ਮਾਂ ਨੂੰ ਬਚਪਨ ਦੀ ਗੱਲ ਯਾਦ ਆ ਗਈ। ਮਾਂ ਕਹਿੰਦੀ ਹੈ ਬੇਟਾ ਕਾਂ। ਪਹਿਲੇ ਬੱਚੇ ਨੇ ਕਿਹਾ ਸੀ। ਮਾਂ ਕਹਿੰਦੀ ਮੈਂ ਵੀ ਦੇਖਾਂ, ਮੈਂ ਲਾਡ ਵਿੱਚ 100 ਵਾਰ ਕਿਹਾ ਸੀ, ਇਹ ਕਿੰਨੀ ਕੁ ਵਾਰ ਕਹਿੰਦਾ? ਕਹਿੰਦੀ ਬੇਟਾ ਕਾਂ। ਕਹਿੰਦਾ ਹਾਂ ਮਾਂ ਕਾਂ। ਦੁਬਾਰਾ ਕਹਿੰਦੀ ਹੈ ਬੇਟਾ ਉਹ ਦੇਖ ਕਾਂ। ਕਹਿੰਦਾ ਦੇਖ ਲਿਆ ਮਾਂ ਕਾਂ। ਜਦੋਂ ਤੀਸਰੀ ਵਾਰ ਕਹਿੰਦੀ ਹੈ ਬੇਟਾ ਉਹ ਦੇਖ ਕਾਂ, ਕਹਿੰਦਾ ਕਾਂ ਖਾ ਕੇ ਆਈ ਹੈ ਸਵੇਰੇ, ਕਾਂ ਕਾਂ ਕਰੀ ਜਾ ਰਹੀ ਹੈ ਉਦੋਂ ਦੀ, ਕਹਿ ਤੇ ਦਿੱਤਾ ਕਾਂ। ਉਸਦਾ ਪਿਓ ਪਿੱਛੋਂ ਦੀ ਦੇਖਦਾ ਸੀ, ਅੱਖਾਂ ਤੋਂ ਅਥਰੂ ਨਿਕਲ ਆਏ। ਕਹਿੰਦੇ ਵਾਹ ਬੇਟਾ ਕਮਾਲ ਹੋ ਗਈ, 100 ਵਾਰ ਤੂੰ ਬਚਪਨ ਵਿੱਚ ਕਿਹਾ ਸੀ ਕਾਂ, ਤੇ ਤੇਰੀ ਮਾਂ ਥੱਕੀ ਨਹੀਂ ਸਹੀ। ਤਾਂ ਤੀਸਰੀ ਵਾਰ 'ਚ ਮਾਂ ਨੂੰ ਕਹਿ ਦਿੱਤਾ ਕਾਂ ਖਾ ਕੇ ਆਈ ਹੈ, ਕਾਂ ਖਾਦੇ ਹੀ। ਇਹ ਨੇ ਸੱਚੀ ਮਾਂ ਗੁਰੂ ਤੇਗ ਬਹਾਦਰ ਸਾਹਿਬ। ਔਰੰਗਜ਼ੇਬ ਮਾਰ ਰਿਹਾ ਹੈ, ਚਿਹਰੇ ਤੋਂ ਮੁਸਕਰਾਹਟ ਜਾ ਹੀ ਨਹੀਂ ਰਹੀ। ਆਰਾ ਚੱਲ ਰਿਹਾ ਮਤੀ ਦਾਸ ਹੋਰਾਂ ਦੇ। ਕਹਿੰਦੇ ਕਿਸ ਤਰ੍ਹਾਂ ਦਾ ਲੱਗਿਆ ਚੱਲਦਾ ਆਰਾ? ਕਹਿੰਦੇ ਹੁਣ ਜਿਹੜਾ ਸਵਾਦ ਆਇਆ, ਆਰਾ ਰੋਕੀ ਨਾ ਤੂੰ। ਅੱਜ ਮੈਂ ਗੁਰਦੁਆਰੇ ਵੀ ਕਹਿ ਕੇ ਆਇਆ, ਇੱਥੇ ਵੀ ਕਹਿ ਦਵਾਂ, ਆਰੇ ਦੇ ਥੱਲੇ ਮਤੀ ਦਾਸ ਸੁਖੀ ਨੇ, ਰੂਮ ਵਿੱਚ ਸੜਦੇ ਸਤੀ ਦਾਸ ਸੁਖੀ ਨੇ, ਦੇਗ ਵਿੱਚ ਉਬਲਦੇ ਹੋਏ ਭਾਈ ਦਿਆਲ ਦਾਸ ਸੁਖੀ ਨੇ, ਸੋਫਿਆਂ 'ਤੇ ਬੈਠੇ ਅਸੀਂ ਦੁਖੀ ਹਾਂ, ਮਹਿੰਗੀ ਗੱਡੀਆਂ 'ਚ ਬੈਠੇ ਅਸੀਂ ਦੁਖੀ ਹਾਂ, ਕੀਮਤੀ ਕੋਠੀਆਂ 'ਚ ਬੈਠੇ ਅਸੀਂ ਦੁਖੀ ਹਾਂ। ਕਿਉਂ? ਕੱਲ ਮੇਰੇ ਜ਼ਿਹਨ ਵਿੱਚ ਗੁਰੂ ਸਾਹਿਬ ਨੇ ਜੋ ਖਿਆਲ ਪਾਏ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਸ਼ਹੀਦ ਸਿੰਘਾਂ ਤੋਂ ਅਸੀਂ 3 ਚੀਜ਼ਾਂ ਲੈ ਕੇ ਜਾਈਏ। ਸ਼ਹੀਦ ਸੱਸੇ ਤੋਂ ਸ਼ੁਰੂ ਹੋ ਰਿਹਾ ਹੈ, ਤੇ ਅਸੀਂ ਸ਼ਹੀਦਾਂ ਤੋਂ 3 ਸੱਸੇ ਹੀ ਲੈ ਲਈਏ। ਜਿਹੜਾ ਮੇਰੇ ਵਿੱਚ ਖਿਆਲ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਪਾਇਆ, ਮੈਨੂੰ ਨਹੀਂ ਪਤਾ ਕਿ ਖਿਆਲ ਠੀਕ ਹੈ ਨਹੀਂ, ਪਰ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਭਾਈ ਮਤੀ ਦਾਸ, ਸਤੀ ਦਾਸ ਔਰ ਦਿਆਲ ਦਾਸ ਸਾਨੂੰ 3 ਸੱਸੇ ਦੇ ਗਏ। ਉਹ ਕਹਿੰਦੇ ਨੇ ਅਸੀਂ ਸੁਖੀ ਹਾਂ। ਆਰਾ ਚੱਲ ਰਿਹਾ ਤੇ ਉਹਨਾਂ ਨੂੰ ਪੁੱਛਦੇ ਨੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ? ਕਹਿੰਦੇ ਬੜੇ ਸੁਖੀ ਹਾਂ, ਆਨੰਦ ਵਿੱਚ ਹਾਂ। ਫਿਰ ਮੈਂ ਦੇਖਿਆ ਉਹ ਸੁਖੀ ਕਿਉਂ ਨੇ? ਕਿਉਂਕਿ ਉਹ ਕਹਿੰਦੇ ਨੇ ਅਸੀਂ ਗੁਰੂ ਦੇ ਸਿੱਖ ਹਾਂ। ਤੇ ਸਿੱਖ ਵੀ ਕੈਸੇ ਹਾਂ? ਸਿੱਖ ਸਨਮੁਖ ਹਾਂ, ਗੁਰੂ ਦੀ ਤਰਫ ਮੂੰਹ ਕੀਤਾ। ਆਖਰੀ ਖੁਆਇਸ਼ ਪੁੱਛਦੇ ਨੇ ਮਤੀ ਦਾਸ ਨੂੰ, ਸਤੀ ਦਾਸ ਨੂੰ, ਦਿਆਲਾ ਨੂੰ। ਦਿਆਲ ਦਾਸ ਨੂੰ ਕੱਲ ਮੈਂ ਕਥਾ ਵਿੱਚ ਵੀ ਇਹ ਸੁਣਿਆ, ਢੱਕਣ ਨਹੀਂ ਪਾਉਣ ਦਿੱਤਾ ਉਹਨਾਂ ਨੇ ਸਿਰ ਉੱਪਰ। ਦੇਗ ਵਿੱਚ ਉਬਾਲ ਰਹੇ ਸਨ, ਕਹਿੰਦੇ ਢੱਕਣ ਨਾ ਰੱਖਣਾ। ਕਹਿੰਦੇ ਉਸ ਨਾਲ ਗਰਮੀ ਦਾ ਕੁਝ ਅਸਰ ਨਹੀਂ ਹੋਏਗਾ, ਜ਼ਿਆਦਾ ਕੁਝ ਫਰਕ ਥੋੜੀ ਪਏਗਾ, ਪਾਣੀ ਤੇ ਥੱਲੇ ਹੀ ਉਬਲ ਰਿਹਾ। ਕਹਿੰਦੇ ਨਹੀਂ ਨਹੀਂ, ਤੁਸੀਂ ਅੱਗ ਭਾਵੇਂ ਦੁੱਗਣੀ ਪਖਾ ਲਓ, ਢੱਕਣ ਇਸ ਕਰਕੇ ਨਾ ਰੱਖਣਾ ਕਿ ਮੈਂ ਗੁਰੂ ਦੇ ਦੀਦਾਰ ਕਰਨਾ ਚਾਹੁੰਦਾ। ਹੁਣੇ ਮੇਰਾ ਸਰੀਰ ਪੂਰਾ ਗਲਿਆ ਨਹੀਂ ਹੋਵੇਗਾ, ਮੇਰੀ ਅੱਖਾਂ ਵਿੱਚ ਹੁਣੇ ਵੀ ਦੇਖਣ ਦੀ ਤਾਬ ਹੋਵੇਗੀ। ਇਹ ਨਾ ਹੋਵੇ ਤੁਸੀਂ ਢੱਕਣ ਪਾ ਦਿਓ, ਮੈਨੂੰ ਗੁਰੂ ਦਿਖਣਾ ਹਟ ਜਾਏ। ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਮਰਦੇ ਦਮ ਤੱਕ ਦੀਦਾਰ ਕਰਨਾ ਚਾਹੁੰਦਾ। ਇਹ ਆਖਰੀ ਖੁਆਇਸ਼ ਹੈ। ਕਹਿੰਦੇ ਮੈਂ ਆਨੰਦ ਵਿੱਚ ਹਾਂ ਉਬਲਦਾ ਹੋਇਆ ਵੀ। ਉਹ ਆਨੰਦ ਵਿੱਚ ਕਿਉਂ ਨੇ? ਕਿਉਂਕਿ ਉਹ ਐਸੇ ਸਿੱਖ ਨੇ ਜਿਹੜੇ ਗੁਰੂ ਦੇ ਸਨਮੁਖ ਨੇ, ਗੁਰੂ ਦੀ ਤਰਫ ਮੂੰਹ ਕੀਤਾ ਹੈ। ਭਾਈ ਮਤੀ ਦਾਸ, ਸਤੀ ਦਾਸ ਦੋਏ ਭਰਾ ਨੇ। ਆਖਰੀ ਖੁਆਇਸ਼ਾਂ ਕੀ ਨੇ? ਮਾਰਦੇ ਹੋਏ ਸਾਡੇ ਚਿਹਰੇ ਗੁਰੂ ਦੇ ਪਿੰਜਰੇ ਵੱਲ ਹੋਵਣ। ਇਹੀ ਆਖਰੀ ਖੁਆਇਸ਼ ਹੈ, ਬਸ ਹੋਰ ਕੋਈ ਖੁਆਇਸ਼ ਨਹੀਂ। ਔਰ ਅਸੀਂ ਦੁਖੀ ਕਿਉਂ ਆ? ਫਿਰ ਮੈਂ ਲੱਭਿਆ ਅਸੀਂ ਦੁਖੀ ਕਿਉਂ ਆ? ਆਰੇ ਦੇ ਥੱਲੇ ਸੁਖੀ ਨੇ, ਫਿਰ ਅਸੀਂ ਦੁਖੀ ਕਿਉਂ ਆ? ਸੋਫੇ ਤੇ ਬੈਠ ਕੇ, ਬੈੱਡ ਤੇ ਬੈਠ ਕੇ, ਕੀਮਤੀ ਗੱਡੀਆਂ, ਕੋਠੀਆਂ, ਕਾਰਾਂ ਵਿੱਚ ਰਹਿ ਕੇ, ਇੰਨਾ ਪਦਾਰਥ ਹੋਣ ਦੇ ਬਾਵਜੂਦ ਅਸੀਂ ਦੁਖੀ ਹਾਂ, ਕਲੇਸ਼ ਵਿੱਚ ਹਾਂ, ਰੋਗ ਵਿੱਚ ਹਾਂ। ਫਿਰ ਮੈਂ ਦੇਖਿਆ ਕਿਉਂਕਿ ਅਸੀਂ ਸਿੱਖ ਹੀ ਨਹੀਂ। ਤੁਸੀਂ ਕਹੋਗੇ ਅਸੀਂ ਤਾਂ ਸਿੱਖ ਹਾਂ। ਫਿਰ ਮੈਂ ਦੇਖਿਆ ਚਲੋ ਹੋ ਸਕਦਾ ਅਸੀਂ ਸਿੱਖ ਹੋਈਏ, ਪਰ ਅਸੀਂ ਸਨਮੁਖ ਨਹੀਂ। ਸਿੱਖ ਦੀ ਡੈਫੀਨੇਸ਼ਨ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਲੈਂਦੇ ਹਾਂ। ਸਿੱਖ ਕੌਣ ਹੈ? ਗੁਰੂ ਗ੍ਰੰਥ ਸਾਹਿਬ ਕਹਿਣਗੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਆਏਗਾ ਉਹ ਸਿੱਖ ਹੈ। ਗੁਰੂ ਦੇ ਭਾਣੇ ਵਿੱਚ ਯਾਨੀ ਗੁਰੂ ਦੇ ਸਨਮੁਖ ਹੋਏਗਾ। ਜੋ ਗੁਰੂ ਕਹਿ ਰਿਹਾ, ਗੁਰ ਕਹਿਆ ਸਾਕਾਰ ਕਮਾਉ, ਜੋ ਗੁਰੂ ਨੇ ਕਹਿ ਦਿੱਤਾ ਅੱਖਾਂ ਬੰਦ ਕਰਕੇ ਮੈਂ ਮੰਨਣਾ ਸ਼ੁਰੂ ਕਰਨਾ। ਅਸੀਂ ਕਿਉਂਕਿ ਉਹ ਚੀਜ਼ ਨਹੀਂ ਮੰਨ ਰਹੇ,
ਤਾਂ ਕਰਕੇ ਅਸੀਂ ਸੁਖੀ ਨਹੀਂ, ਅਸੀਂ ਦੁਖੀ ਹਾਂ। ਹੁਣ ਆਓ ਜਾਣ ਲਈਏ ਕਿਵੇਂ ਅਸੀਂ ਮੰਨ ਕਿਉਂ ਨਹੀਂ ਰਹੇ। ਹੱਟੀ ਤੇ ਮੈਂ ਬੈਠਿਆ ਹੋਵਾਂ, ਦੁਕਾਨ ਚਲਾ ਰਿਹਾ ਹੋਵਾਂ, ਆ ਜਾਏ ਕਸਟਮਰ ਤੇ ਮੈਂ ਸੋਚਦਾ ਜ਼ਿਆਦਾ ਤੋਂ ਜ਼ਿਆਦਾ ਇਸ ਤੋਂ ਮੁਨਾਫਾ ਕਮਾ ਲਵਾਂ, ਟਾਂਕਾ ਵੱਧ ਤੋਂ ਵੱਧ ਲੱਗ ਹੀ ਜਾਏ। ਤੇ ਨਾਲ ਮੈਂ ਪੜ੍ਹੀ ਵੀ ਜਾਵਾਂ ਬਾਣੀ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਮੈਂ ਪੜ੍ਹੀ ਵੀ ਜਾਵਾਂ, ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਮੈਂ ਪੜ੍ਹੀ ਵੀ ਜਾਵਾਂ ਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ। ਮੈਂ ਪੜ੍ਹੀ ਵੀ ਜਾਵਾਂ, ਸੈਸ ਖਟੇ ਲੱਖ ਕੋਟ ਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੈ ਪਾਵੇ। ਪੜ੍ਹੀ ਜਾਵਾਂ ਤੇ ਨਾਲ ਉਸਨੂੰ ਟਾਂਕਾ ਵੀ ਲਗਾਈ ਜਾਵਾਂ, ਤੇ ਮਤਲਬ ਮੈਂ ਉਹਨੇ ਗੁਰੂ ਦੇ ਸਨਮੁਖ ਤੇ ਹੋਇਆ ਹੀ ਨਹੀਂ। ਜੇ ਸਨਮੁਖ ਨਹੀਂ ਹੋਇਆ ਤਾਂ ਸਿੱਖ ਨਹੀਂ ਆ, ਤੇ ਜੇ ਸਿੱਖ ਨਹੀਂ ਆ ਤਾਂ ਸੁਖੀ ਕਿਵੇਂ ਹੋਵਾਂਗਾ? ਮੈਂ ਸੁਖੀ ਨਹੀਂ ਹੋ ਸਕਦਾ। ਦੂਸਰਾ, ਮੈਂ ਪੜ੍ਹੀ ਜਾਵਾਂ, ਕਿਸੇ ਦੇ ਘਰ ਡਾਕਾ ਮਾਰ ਰਿਹਾ ਹੋਵਾਂ, ਕਿਸੇ ਤੋਂ ਰਿਸ਼ਵਤ ਲੈ ਰਿਹਾ ਹੋਵਾਂ, ਕਿਸੇ ਦੀ ਚੋਰੀ ਕਰ ਰਿਹਾ ਹੋਵਾਂ, ਤੇ ਨਾਲ ਪੜ੍ਹੀ ਜਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ, ਚੋਰੀ ਚੰਗੀ ਗੱਲ ਹੈ ਹੀ ਨਹੀਂ। ਮੈਂ ਪੜ੍ਹੀ ਵੀ ਜਾਵਾਂ ਤੇ ਨਾਲ ਚੋਰੀ ਵੀ ਕਰੀ ਜਾਵਾਂ, ਇਸ ਦਾ ਮਤਲਬ ਮੈਂ ਗੁਰੂ ਦੇ ਸਨਮੁਖ ਨਹੀਂ, ਕਿਉਂਕਿ ਗੁਰੂ ਦਾ ਭਾਣਾ ਮੰਨਿਆ ਨਹੀਂ। ਜਦੋਂ ਸਨਮੁਖ ਨਹੀਂ ਤੇ ਮੈਂ ਸਿੱਖ ਨਹੀਂ, ਤੇ ਜਦੋਂ ਸਿੱਖ ਨਹੀਂ ਤੇ ਮੈਂ ਸੁਖੀ ਕਿਵੇਂ ਹੋਵਾਂਗਾ? ਮੈਂ ਸੁਖੀ ਨਹੀਂ ਹੋ ਸਕਦਾ। ਫਿਰ ਮੈਂ ਪੜ੍ਹੀ ਵੀ ਜਾਵਾਂ ਕਿ ਕੰਨੀ ਸੂਤਕ ਕੰਨ ਪੈ ਲਾ ਇਤਬਾਰੀ ਖਾਏ, ਕਿ ਚੁਗਲੀ ਕੰਨਾਂ ਨੂੰ ਸੂਤਕ ਲੱਗਿਆ, ਚੁਗਲੀ ਕਿਸੇ ਦੀ ਨਹੀਂ ਕਰਨੀ, ਨਾ ਕਿਸੇ ਦੀ ਸੁਣਨੀ ਹੈ। ਨਾਲ ਮੈਂ ਚੁਗਲੀ ਕਰੀ ਵੀ ਜਾਵਾਂ, ਉਹ ਤੈਨੂੰ ਪਤਾ ਉੱਥੇ ਕੀ ਹੋਇਆ ਸੀ? ਚੁਗਲੀ ਕਰੀ ਵੀ ਜਾਵਾਂ ਤੇ ਨਾਲ ਆਸਾ ਦੀ ਵਾਰ ਵੀ ਪੜੀ ਜਾਵਾਂ, ਕੰਨੀ ਸੂਤਕ ਕੰਨ ਪੈ ਲਾ ਇਤਬਾਰੀ ਖਾਏ। ਫਿਰ ਮੈਂ ਗੁਰੂ ਦੇ ਸਨਮੁਖ ਨਹੀਂ, ਸਨਮੁਖ ਨਹੀਂ ਤਾਂ ਸਿੱਖ ਕਿਵੇਂ, ਤੇ ਸਿੱਖ ਨਹੀਂ ਤਾਂ ਸੁਖੀ ਨਹੀਂ ਹੋ ਸਕਦਾ। ਹੋਰ ਅੱਗੇ ਚਲੀਏ, ਮੈਂ ਪੜ੍ਹੀ ਵੀ ਜਾਵਾਂ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਕਿ ਗੁਰਦੁਆਰੇ ਜਾਓ ਤੇ ਥੱਲੇ ਬੈਠੋ। ਇਹ ਪੜ੍ਹੀ ਜਾਵਾਂ ਮੈਂ ਰੋਜ਼, ਤੇ ਬੈਠਿਆ ਹੋਵਾਂ ਗੁਰਦੁਆਰੇ ਕੁਰਸੀਆਂ ਉੱਪਰ, ਸੋਫਿਆਂ ਉੱਪਰ, ਤੇ ਠਾਠ ਬਾਠ ਉਹਦੇ ਨਾਲ ਲੈ ਕੇ, ਤੇ ਫਿਰ ਮੈਂ ਗੁਰੂ ਦੇ ਸਨਮੁਖ ਨਹੀਂ। ਜਦੋਂ ਸਨਮੁਖ ਨਹੀਂ ਤਾਂ ਮੈਂ ਸਿੱਖ ਨਹੀਂ, ਤੇ ਜਦੋਂ ਸਿੱਖ ਨਹੀਂ ਤਾਂ ਸੁਖੀ ਕਿਵੇਂ ਹੋਵਾਂਗਾ? ਨਹੀਂ ਹੋ ਸਕਦਾ ਸੁਖੀ। ਫਿਰ ਮੈਂ ਪੜ੍ਹੀ ਵੀ ਜਾਵਾਂ ਕਿ ਗੁਰਦੁਆਰੇ ਜਾਵਾਂ ਤੇ ਮਰਿਆਦਾ ਕੀ ਹੈ? ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਮੈਂ ਪੜ੍ਹੀ ਜਾਵਾਂ ਕਿ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ, ਤੇ ਨਾਲ ਮੈਂ ਗੱਲਾਂ ਵੀ ਕਰੀ ਜਾਵਾਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਸਾਰੀ ਬਾਤਾਂ ਵੀ ਸੁਣਾਈ ਜਾਵਾਂ ਉੱਧਰ ਹੀ। ਤੇ ਫਿਰ ਮੈਂ ਨਾਲ ਪੜ੍ਹੀ ਵੀ ਜਾਵਾਂ ਕਿ ਗੱਲਾਂ ਨਹੀਂ ਕਰਨੀਆਂ, ਤੇ ਮੈਂ ਗੁਰੂ ਦੇ ਸਨਮੁਖ ਨਹੀਂ, ਕਿਉਂਕਿ ਉਸਦਾ ਕਿਆ ਨਹੀਂ ਮੰਨਿਆ। ਜਦੋਂ ਸਨਮੁਖ ਨਹੀਂ ਤੇ ਸਿੱਖ ਨਹੀਂ, ਸਿੱਖ ਨਹੀਂ ਤੇ ਸੁਖੀ ਕਿਵੇਂ ਹੋਵਾਂਗਾ? ਉਦੋਂ ਮੈਨੂੰ ਰੀਅਲਾਈਜ਼ ਹੋਇਆ ਸ਼ਹੀਦ ਸਾਨੂੰ 3 ਸੱਸੇ ਦਿੰਦੇ ਨੇ। ਅਸੀਂ ਸੁਖੀ ਹਾਂ ਕਿਉਂ? ਅਸੀਂ ਸਿੱਖ ਹਾਂ। ਕੈਸੇ? ਅਸੀਂ ਸਨਮੁਖ ਹਾਂ। ਜੋ ਗੁਰੂ ਨੇ ਕਹਿ ਦਿੱਤਾ, ਗੁਰੂ ਨੇ ਕਿਹਾ ਸੀ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਤਨ ਮਨ ਕੱਟ ਦਿੱਤਾ ਭਾਈ ਮਤੀ ਦਾਸ ਨੇ। ਅੱਗ ਵਿੱਚ ਸੜਵਾ ਲਿਆ ਆਪਣੇ ਆਪ ਨੂੰ ਭਾਈ ਸਤੀ ਦਾਸ ਨੇ, ਭਾਈ ਦਿਆਲ ਦਾਸ ਨੇ। ਮੰਨ ਲਿਆ ਗੁਰੂ ਸਾਹਿਬ ਤੁਸੀਂ ਕਿਹਾ ਸੀ ਤਨ ਮਨ ਕੱਟ ਵੀ ਜਾਏ, ਅੱਗ ਨਾਲ ਸੜ ਵੀ ਜਾਏ, ਤਾਂ ਵੀ ਗੁਰੂ ਦਾ ਲੜ ਨਹੀਂ ਛੋੜਨਾ। ਮੈਨੂੰ ਲੱਗਦਾ ਚੰਡ 2 ਮਾਰ ਕੇ ਸਾਨੂੰ ਕੋਈ ਧਰਮ ਬਦਲਵਾ ਸਕਦਾ ਅੱਜ। ਪਰ ਉਹਨਾਂ ਨੇ ਇਸ ਚੀਜ਼ ਨੂੰ ਮੰਨ ਲਿਆ। ਸਨਮੁਖ ਸਨ, ਸਨਮੁਖ ਸਨ ਤੇ ਸੁਖੀ ਸਨ। ਅਸੀਂ ਵੀ ਸੁਖੀ ਹੋ ਸਕਦੇ ਹਾਂ ਸਨਮੁਖ ਹੋ ਕੇ। ਕੇਵਲ ਗੁਰੂ ਦੀ ਤਰਫ ਮੂੰਹ ਕਰਨਾ ਹੈ। ਕੱਲ ਵੀ ਅਸੀਂ ਸਾਂਝੀ ਕੀਤੀ, ਸੱਜਣ ਠੱਗ ਕੋਲ ਗੁਰੂ ਸਾਹਿਬ ਕਿੰਨਾ ਕੁ ਸਮਾਂ ਰੁਕੇ ਹੋਣਗੇ, ਕੌਡੇ ਰਾਖਸ਼ ਕੋਲ ਕਿੰਨਾ ਕੁ ਸਮਾਂ, ਇੱਕ ਸ਼ਬਦ ਉਹਨਾਂ ਨੂੰ ਸੁਣਾਇਆ ਤੇ ਸੰਤ ਬਣ ਗਏ ਸਾਰੇ। ਅਸੀਂ ਰੋਜ਼ ਗੁਰਦੁਆਰੇ ਜਾ ਰਹੇ ਹਾਂ, ਪੜ੍ਹੀ ਵੀ ਜਾ ਰਹੇ ਹਾਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ, ਤੇ ਦੁੱਖ ਰੋਗ ਉਤਰ ਹੀ ਨਹੀਂ ਰਹੇ ਗੁਰਦੁਆਰੇ ਤੋਂ ਬਾਹਰ ਆ ਕੇ। ਯਾਨੀ ਅਸੀਂ ਹੁਣ ਤੱਕ ਬਾਣੀ ਸੁਣੀ ਨਹੀਂ, ਜਿਸ ਤਰ੍ਹਾਂ ਗੁਰੂ ਕਹਿ ਰਿਹਾ। ਤੇ ਸੁਣਨੀ ਕਿਵੇਂ? ਸੁਣਿਆ, ਮੰਨਿਆ, ਮਨ ਕੀਤਾ ਭਾਓ। ਪਹਿਲੇ ਉਸ ਨੂੰ ਸੁਣਨਾ, ਫਿਰ ਉਸ ਨੂੰ ਮੰਨਣਾ, ਫਿਰ ਉਸ ਦੇ ਲਈ ਪਿਆਰ ਪਾਉਣਾ ਮਨ ਵਿੱਚ ਕਿ ਜੋ ਕਹਿ ਰਿਹਾ ਗੁਰ ਕਹਿਆ ਸਾਕਾਰ ਕਮਾਓ, ਉਹ ਮੈਂ ਕਰਨਾ ਹੀ ਕਰਨਾ। ਜਲਣਾ ਜਲੇ, ਸੜਨਾ ਸੜੇ, ਮੈਂ ਕਰਨਾ ਹੀ ਕਰਨਾ। ਅੱਜ ਹੀ ਮੈਨੂੰ ਗੁਰਦੁਆਰੇ ਸੰਗਤ ਕੋਈ ਦਰਸਾ ਰਹੇ ਸਨ ਕਿ ਭਾਈ ਸਾਹਿਬ ਤੁਸੀਂ ਕੁਰਸੀਆਂ ਉੱਪਰ ਬੋਲਿਆ, ਸਾਡੇ ਇੱਧਰ ਇੱਕ ਬੀਬੀ ਜੀ ਆਉਂਦੇ ਸਨ, ਉਹ ਬਹੁਤ ਬਜ਼ੁਰਗ ਸਨ, ਉਹਨੂੰ ਗਠੀਆ ਹੋਇਆ ਪਿਆ ਸੀ। ਗਠੀਆ ਕੋਈ ਹੱਡੀਆਂ ਦੀ ਬਿਮਾਰੀ ਹੁੰਦੀ ਹੈ। ਕਹਿੰਦੇ ਉਹਨਾਂ ਦਾ ਸਰੀਰ ਵੀ ਬੜਾ ਭਾਰਾ ਸੀ, ਉਹ ਥੱਲੇ ਨਹੀਂ ਸਨ ਬੈਠ ਸਕਦੇ, ਪਰ ਉਹਨਾਂ ਦੇ ਅੰਦਰ ਸਤਿਕਾਰ ਇੰਨਾ ਸੀ ਕਿ ਉਹ 2 ਬੰਦਿਆਂ ਨੂੰ, ਕਹਿੰਦੇ ਔਰਤਾਂ ਨਹੀਂ ਬਿਠਾ ਸਕਦੀਆਂ ਸਨ, ਬੜਾ ਭਾਰਾ ਸਰੀਰ ਸੀ, ਕਹਿੰਦੇ 2 ਬੰਦੇ 3-4 ਬੰਦੇ ਉਹਨਾਂ ਨੂੰ ਪਕੜ ਕੇ ਥੱਲੇ ਬਿਠਾਉਂਦੇ ਸਨ, ਪਰ ਉਹ ਕੁਰਸੀ 'ਤੇ ਨਹੀਂ ਬੈਠਦੇ ਸਨ। ਕਹਿੰਦੇ ਮੇਰਾ ਹੀਆ ਨਹੀਂ ਮੰਨਦਾ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਅਰਜਨ ਦੇਵ ਜੀ ਆਪਣਾ ਤਖਤ ਛੋੜ ਕੇ ਥੱਲੇ ਬੈਠੇ ਹੋਣ, ਮੈਂ ਕੁਰਸੀ 'ਤੇ ਕਿਵੇਂ ਬੈਠ ਜਾਵਾਂ।
ਕਹਿੰਦੇ ਜੇ ਇਤਨਾ ਮਜਬੂਰ ਹੋ ਕੇ ਕੋਈ ਆਦਮੀ ਜਿਹੜਾ ਘਰ ਆਪਣੇ ਬੈੱਡ ਤੋਂ ਉਤਰ ਨਹੀਂ ਸਕਦੀ ਲੇਡੀ, ਪਰ ਜਦੋਂ ਗੁਰਦੁਆਰੇ ਆ ਰਹੀ ਹੈ ਤਾਂ ਥੱਲੇ ਬੈਠ ਰਹੀ ਹੈ, ਕਹਿੰਦੇ 10-15 ਮਿੰਟ ਲੱਗਦੇ ਸਨ ਚੁੱਕਣ ਨੂੰ ਤੇ 10-15 ਮਿੰਟ ਬਿਠਾਉਣ ਨੂੰ, ਪਰ ਬੈੱਡ ਦੇ ਥੱਲੇ ਹੀ ਸਨ। ਫਿਰ ਮੈਨੂੰ ਇੱਕਦਮ ਗੁਰੂ ਤੇਗ ਬਹਾਦਰ ਸਾਹਿਬ ਦਾ ਦੋਹਰਾ ਯਾਦ ਆ ਗਿਆ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੋ ਪਾਏ। ਮੈਨੂੰ ਜਦੋਂ ਮੈਂ ਕੁਰਸੀਆਂ 'ਤੇ ਬੋਲਦਾ ਜ਼ਰੂਰ ਗੁਰਦੁਆਰੇ ਦੇ ਬਾਹਰ ਆ ਕੇ ਬੀਬੀਆਂ ਬਜ਼ੁਰਗ ਪਕੜ ਲੈਂਦੇ ਨੇ, ਤੂੰ ਬੁੱਢਾ ਹੋਏਗਾ ਤੇ ਤੇਰੇ ਤੋਂ ਪੁੱਛਾਂਗੇ, ਤੇਰੇ ਗੋਡੇ ਕੰਮ ਕਰਨੋਂ ਹਟਣਗੇ ਤੇ ਤੈਨੂੰ ਪੁੱਛਾਂਗੇ। ਜਿਵੇਂ ਇੱਕ ਤਰ੍ਹਾਂ ਦੀ ਉਹ ਬਦਦੁਆ ਦੇ ਰਹੇ ਹੁੰਦੇ ਨੇ ਕਿ ਸਾਨੂੰ ਆ ਕੇ ਸੁਣਾ ਗਿਆ। ਪਰ ਮੈਂ ਹੱਥ ਬੰਨ੍ਹ ਲੈਂਦਾ ਕਿਉਂਕਿ ਮੈਨੂੰ ਨਹੀਂ ਪਤਾ ਮੇਰੇ ਤੇ ਬਜ਼ੁਰਗੀ ਕਿਵੇਂ ਦੀ ਆਣੀ ਹੈ, ਆਣੀ ਵੀ ਹੈ ਕਿ ਨਹੀਂ, ਅਗਲੇ ਸਵਾਸ ਵੀ ਹੈ ਕਿ ਨਹੀਂ, ਇਹ ਵੀ ਨਹੀਂ ਪਤਾ। ਪਰ ਮੈਂ ਗੁਰੂ ਸਾਹਿਬ ਨੂੰ ਇੱਕ ਅਰਦਾਸ ਕਰ ਲੈਂਦਾ, ਹੇ ਸਤਿਗੁਰੂ ਜਿਸ ਤਰ੍ਹਾਂ ਦੀ ਵੀ ਬਜ਼ੁਰਗੀ ਆਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਲਈ ਤੂੰ, ਹੁਣ ਇਹ ਤੇਰਾ ਕੰਮ ਹੈ। ਲੋਕੀ ਮੈਨੂੰ ਸੋਚ ਬੈਠੇ ਨੇ, ਆਪਣੀ ਗੱਲ ਕਰ ਰਹੇ ਹਨ, ਲੋਕੀ ਸੋਚ ਬੈਠੇ ਨੇ ਕਿ ਪ੍ਰਚਾਰਕ ਹੈ, ਤੇ ਮੈਂ ਸ਼ਬਦ ਪੜ੍ਹ ਲੈਂਦਾ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਮੈਨੂੰ ਪਤਾ ਹੈ ਮੈਂ ਕੌਣ ਆ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਪਰ ਨਾਮ ਕੀ ਪੈ ਗਿਆ, ਨਾਮ ਪਰਿਓ ਭਗਤ ਗੋਬਿੰਦ ਕਾ। ਲੋਕੀ ਸੋਚਦੇ ਨੇ ਗੋਬਿੰਦ ਦਾ ਭਗਤ ਆ ਰਿਹਾ ਕੋਈ। ਫਿਰ ਮੈਂ ਕਹਿ ਦਿੰਦਾ ਇਹ ਰਾਖੋ ਪੈਜ ਤੁਮਾਰੀ, ਹੁਣ ਆਪਣੀ ਇੱਜ਼ਤ ਬਚਾ ਲੈ। ਲੋਕੀ ਮੈਨੂੰ ਸਮਝ ਬੈਠੇ ਨੇ ਤੇਰਾ ਭਗਤ, ਹੁਣ ਤੂੰ ਬਚਾ ਆਪਣੀ ਇੱਜ਼ਤ, ਮੈਂ ਨਹੀਂ ਜਾਣਦਾ। ਸੋ ਜਦੋਂ ਬਜ਼ੁਰਗ ਕਹਿੰਦੇ ਨੇ 3 ਬਹਾਨੇ ਹਨ ਉਹਨਾਂ ਕੋਲ। ਪਹਿਲਾ ਕਿ ਸਾਡੀ ਉਮਰ ਹੋ ਚੁੱਕੀ ਹੈ, ਇਸ ਉਮਰ ਦੇ ਨਾਲ ਅਸੀਂ ਥੱਲੇ ਨਹੀਂ ਬੈਠ ਸਕਦੇ। ਮੈਂ ਪੁੱਛ ਲਿਆ ਸੀ ਕਿਸੇ ਨੂੰ ਕਿ ਕਿੰਨੀ ਕੁ ਉਮਰ ਹੈ, ਕਹਿੰਦੇ ਸਨ 90 ਸਾਲ ਉਮਰ ਹੈ। ਟਾਈਮ ਹੋ ਗਿਆ, ਟਾਈਮ ਦੱਸਿਓ ਇੱਕ ਵਾਰ। ਉਹ ਪੁੱਛਦੇ ਨੇ ਮੈਨੂੰ ਕਿ ਤੂੰ ਤੇ ਬੇਟਾ ਯੰਗ ਹੈ, ਜਦੋਂ ਸਾਡੀ ਉਮਰ ਵਿੱਚ ਆਏਗਾ ਤਾਂ ਤੈਨੂੰ ਪੁੱਛਾਂਗੇ। ਮੈਂ ਪੁੱਛ ਲਿਆ ਸੀ ਕਿਸੇ ਨੂੰ ਜਿਹੜੇ ਬਹੁਤ ਬਜ਼ੁਰਗ ਲੱਗ ਰਹੇ ਸਨ ਮੈਨੂੰ, ਬਹੁਤ ਬਜ਼ੁਰਗ। ਮੈਂ ਪੁੱਛਿਆ ਸੀ ਬਾਬਾ ਜੀ ਕਿੰਨੀ ਉਮਰ ਹੈ ਤੁਹਾਡੀ, ਤੁਸੀਂ ਕੁਰਸੀਆਂ 'ਤੇ ਬੈਠਣ ਦਾ ਲੇਬਲ ਲਗਾ ਬੈਠੇ ਕਿ ਮੈਂ ਗੁਰਦੁਆਰੇ ਕੁਰਸੀ 'ਤੇ ਬੈਠ ਸਕਦਾ। ਮੈਨੂੰ ਕਹਿੰਦੇ 90 ਸਾਲ ਉਮਰ ਹੈ ਮੇਰੀ, 90 ਸਾਲ। ਕੰਮ ਤੇ ਮੈਂ ਵੀ ਅੰਦਰੋਂ ਗਿਆ, 90 ਸਾਲ ਉਮਰ ਹੈ। ਪਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਿਆ, ਮੈਂ ਕਿ ਗੁਰੂ ਸਾਹਿਬ 90 ਸਾਲ ਦਾ ਕੋਈ ਬੈਠ ਸਕਦਾ ਹੈ? ਕੰਨ ਵਿੱਚ ਆਵਾਜ਼ ਆ ਗਈ, ਮਰਿਆਦਾ ਸਾਰਿਆਂ ਲਈ ਇੱਕ ਹੈ। ਇੱਕਦਮ ਜਵਾਬ ਦੇ ਦਿੱਤਾ। ਉਹ ਜਵਾਬ ਜਿਹੜਾ ਮੈਂ ਉੱਧਰ ਉਹਨਾਂ ਨੂੰ ਦਿੱਤਾ, ਮੈਂ ਕਿਹਾ ਸੀ ਬਾਬਾ ਜੀ 125 ਸਾਲ ਦੇ ਵੀ ਹੋ ਜਾਓਗੇ ਨਾ ਤਾਂ ਵੀ ਟੈਗ ਨਹੀਂ ਹੈ ਉੱਪਰ ਬੈਠਣ ਦਾ। ਕਹਿੰਦੇ ਤੂੰ ਦੇਖਿਆ ਕਦੀ 125 ਸਾਲ ਦਾ ਆਦਮੀ? ਮੈਂ ਕਿਹਾ ਮੈਂ ਨਹੀਂ ਦੇਖਿਆ, ਇਤਿਹਾਸ ਨੇ ਦੇਖਿਆ। ਕੌਣ ਦੇਖਿਆ ਇਤਿਹਾਸ ਨੇ? ਬਾਬਾ ਬੁੱਢਾ ਜੀ, 125 ਸਾਲ ਦੀ ਉਮਰ। ਕਦੀ ਸੁਣਿਆ ਕੁਰਸੀ 'ਤੇ ਬੈਠੇ ਹੋਣ? 100 ਸਾਲ ਦੇ ਤੇ ਉਹ ਗ੍ਰੰਥੀ ਲੱਗ ਰਹੇ ਹਨ, 98 ਇਅਰਸ ਦੇ ਉਹ ਗ੍ਰੰਥੀ ਬਣੇ ਸਨ, ਤੇ 125 ਸਾਲ ਤੱਕ ਦੀ ਉਮਰ ਕਦੀ ਅਸੀਂ ਸੁਣਿਆ ਹੋਏ ਸੋਫੇ ਕੁਰਸੀ 'ਤੇ ਬੈਠੇ ਹੋਣ? ਇਹ ਪਹਿਲਾ ਬਹਾਨਾ ਉਮਰ ਦਾ ਇੱਥੇ ਰੱਦ ਹੋ ਜਾਂਦਾ ਹੈ ਕਿ ਅਸੀਂ ਉਮਰ ਵੱਡੀ ਹੈ ਤੇ ਕੁਰਸੀ 'ਤੇ ਬੈਠ ਸਕਦੇ ਹਾਂ। ਦੂਸਰਾ ਬਹਾਨਾ, ਸਾਨੂੰ ਬਿਮਾਰੀ ਬਹੁਤ ਹੈ। ਉਸ ਵਕਤ ਬਿਮਾਰੀ ਨਹੀਂ ਸੀ, ਲੋਕੀ ਹਾਈਜੀਨਿਕ ਫੂਡ ਖਾਂਦੇ ਹੁੰਦੇ ਸੀ। ਮੈਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਮਨਾ ਰਹੇ ਹੋ, ਫਸੋਗੇ, ਮੈਂ ਹੁਣੇ ਬਿਮਾਰੀ ਕੱਢ ਕੇ ਰੱਖ ਦਾਂਗਾ ਉਧਰ ਹੈ ਸੀ ਕਿ ਨਹੀਂ। ਬੜੀ ਬਿਮਾਰੀ ਸੀ। ਸ਼ਲੋਕ ਮਹਿਲਾ 9ਵਾਂ ਪੜ੍ਹਦੇ ਹਾਂ, ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰ ਰਸ ਲੀਨ। ਬਿਮਾਰੀ ਹੈ ਸੀ ਨਾ, ਸਿਰ ਕੰਬ ਰਿਹਾ ਸੀ, ਪੈਰਾਂ 'ਚੋਂ ਖੜੇ ਨਹੀਂ ਹੋ ਪਾ ਰਹੇ ਸੀ, ਨੈਣਾ 'ਚੋਂ ਜੋਤ ਚਲੀ ਗਈ ਸੀ। ਫਿਰ ਮੈਂ ਕਿਹਾ ਇੱਕ ਸਿਰਫ ਗੁਰੂ ਸਾਹਿਬ ਭਗਤ ਕਹਿ ਰਹੇ ਨੇ, ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲੇ ਹੋਏ ਨੇ ਭਗਤ ਫਰੀਦ ਜੀ, ਉਹ ਕਹਿ ਰਹੇ ਨੇ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ 100 ਵਰਿਆ ਜੀਵਨਾ ਭੀ ਤਨ ਹੋਸੀ ਖੇ। ਬਿਮਾਰੀ ਹੈ ਸੀ, ਉਹ ਕਹਿ ਰਹੇ ਨੇ ਮੈਂ ਬੁੱਢਾ ਹੋ ਚੁੱਕਾ। ਫਿਰ ਭਗਤ ਭੀਖਣ ਜੀ ਵੀ ਕਹਿ ਰਹੇ ਨੇ ਨੈਨੋ ਨੀਰ ਬਹੈ, ਕਹਿੰਦੇ ਮੇਰੀ ਅੱਖਾਂ 'ਚੋਂ ਤਾਬ ਚਲੀ ਗਈ ਹੈ ਦੇਖਣ ਦੀ, ਪਾਣੀ ਰਿੱਸੀ ਜਾਂਦਾ ਆਪੇ ਹੀ। ਨੈਨੋ ਨੀਰ ਬਹੈ ਤਨ ਖੀਨਾ, ਤਨ ਵਿੱਚੋਂ ਸਾਰੀ ਪਾਵਰ ਨਿਕਲ ਚੁੱਕੀ ਹੈ। ਭਏ ਕੇਸ ਦੁਧਵਾਨੀ, ਕੇਸ ਚਿੱਟੇ ਹੋ ਚੁੱਕੇ ਨੇ। ਰੂਧਾ ਕੰਠ, ਗਲੇ 'ਚੋਂ ਆਵਾਜ਼ ਵੀ ਨਹੀਂ ਆ ਰਹੀ ਹੁਣ ਸਹੀ, ਸ਼ਬਦ ਨਹੀਂ ਉਚਰਿਆ, ਬੋਲ ਹੀ ਨਹੀਂ ਪਾ ਰਿਹਾ। ਅਬ ਕਿਆ ਕरें ਪ੍ਰਾਣੀ। ਫਿਰ ਇਹ ਦੂਸਰਾ ਬਹਾਨਾ ਵੀ ਰੱਦ ਹੋ ਜਾਂਦਾ ਕਿ ਉਸ ਵਕਤ ਬਿਮਾਰੀ ਨਹੀਂ ਸੀ, ਬਿਮਾਰੀ ਹੈ ਸੀ। ਫਿਰ ਕਈ ਮੈਨੂੰ ਪੁੱਛ ਲੈਂਦੇ ਨੇ ਕਿ ਬਿਮਾਰੀ ਹੈ ਸੀ ਫਿਰ ਇਲਾਜ ਵੀ ਦੱਸ ਦਿਓ, ਗੁਰੂ ਗ੍ਰੰਥ ਸਾਹਿਬ ਇਲਾਜ ਵੀ ਦੱਸ ਰਹੇ ਨੇ ਕੋਈ? ਮੈਂ ਕਿਹਾ ਦੱਸ ਰਹੇ ਨੇ ਇਲਾਜ, ਇਸੇ ਸ਼ਬਦ ਵਿੱਚ ਇਲਾਜ ਮਿਲ ਜਾਏਗਾ। ਰੂਧਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕरें ਪ੍ਰਾਣੀ। ਅਗਲੀ ਲਾਈਨ ਵਿੱਚ ਇਲਾਜ ਹੈ, ਰਾਮ ਰਾਏ ਹੋਏ ਵੈਦ ਬਨਵਾਰੀ ਸਰਵ ਰੋਗ ਕਾ ਔਖਦ। ਇਲਾਜ ਵੀ ਨਾਲ ਹੀ ਹੈ। ਧਰਮ ਦੀ ਯਾਤਰਾ ਕਿਹੜੀ ਉਮਰ ਸ਼ੁਰੂ ਕਰ ਸਕਦੇ ਹਾਂ? ਰਿਟਾਇਰ ਹੋਣ ਵਾਲੇ ਹਾਂ, ਕਈ ਵਾਰ ਇਹ ਸਵਾਲ ਸਾਂਝਾ ਹੋ ਚੁੱਕਿਆ। ਮੈਂ ਕਿਹਾ ਸੀ 60 ਸਾਲ ਦੇ ਰਿਟਾਇਰ ਹੋ ਗਏ, ਹੁਣੇ ਡਰ ਗਏ ਹੋ ਧਰਮ ਦੀ ਯਾਤਰਾ ਨਹੀਂ ਸ਼ੁਰੂ ਕਰਨੀ। 63 ਇਅਰਸ ਤੱਕ ਗੁਰੂ ਅਮਰਦਾਸ ਜੀ ਦਾ ਕੋਈ ਗੁਰੂ ਹੀ ਨਹੀਂ ਸੀ, ਤੇ ਡਰਨ ਦੀ ਕੀ ਲੋੜ ਹੈ? ਜਦੋਂ 63 ਇਅਰਸ ਵਿੱਚ ਸ਼ੁਰੂ ਕਰ ਸਕਦੇ ਨੇ, ਅਸੀਂ ਤਾਂ ਹੁਣੇ ਯੰਗ ਆ ਉਹਨਾਂ ਤੋਂ, ਡਰ ਖੌਫ ਹੈ ਹੀ ਨਹੀਂ।
ਹਰ ਵਕਤ ਆਸਰਾ ਦੇਣਗੇ, ਹਰ ਵਕਤ ਗੁਰੂ ਸਪੋਰਟ ਕਰਨ ਨੂੰ ਤਿਆਰ ਹੈ। ਅਸੀਂ ਘਬਰਾਈਏ ਨਾ। ਇਹ ਦੂਸਰਾ ਬਹਾਨਾ ਹੈ। ਪਹਿਲਾ ਏਜ ਤੇ ਦੂਸਰਾ ਬਿਮਾਰੀ, ਕਿ ਅਸੀਂ ਬਿਮਾਰ ਬਣੇ ਹਾਂ। ਹੁਣ ਇਸ ਬਿਮਾਰੀ ਨੂੰ ਕਿ ਸਾਡੀ ਤੇ ਹਿੰਮਤ ਹੀ ਨਹੀਂ ਹੈ, ਲਾ ਇਲਾਜ ਬਿਮਾਰੀ। ਤੀਸਰਾ ਬਹਾਨਾ ਹੈ ਕਿ ਇਸ ਬਿਮਾਰੀ ਦਾ ਇਲਾਜ ਹੀ ਕੋਈ ਨਹੀਂ ਹੈ, ਇਸ ਪੇਨ ਤੋਂ ਅਸੀਂ ਉੱਪਰ ਉੱਠ ਹੀ ਨਹੀਂ ਸਕਦੇ। ਤੇ ਫਿਰ ਅਸੀਂ ਉਹ ਡਾਕਟਰ ਜਸਵੰਤ ਸਿੰਘ ਨੇਕੀ ਦੀ ਕਹਾਣੀ ਵੀ ਸ਼ੇਅਰ ਕੀਤੀ ਹੋਈ ਹੈ ਕਿ ਬਰਦਾਸ਼ਤ ਤੋਂ ਵੱਡੀ ਕੋਈ ਪੀੜਾ ਨਹੀਂ ਬਣਾਈ। ਫਿਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਸੁਣ ਲੈਂਦੇ ਆ ਨਾ, ਉਹ ਕਹਿੰਦੇ ਨੇ ਬਲ ਛੁਟਕਿਓ, ਸਾਰਾ ਸਰੀਰ ਦਾ ਬਲ ਨਾਸ ਹੋ ਚੁੱਕਿਆ, ਬੰਧਨ ਪਰੇ, ਬੰਧਨਾਂ ਵਿੱਚ ਰੋਗਾਂ ਵਿੱਚ ਅਸੀਂ ਫਸ ਚੁੱਕੇ ਹਾਂ, ਕਛੂ ਨਾ ਹੋ ਤੋ ਪਾਏ। ਕੋਈ ਇਲਾਜ ਨਹੀਂ ਦਿਖ ਰਿਹਾ ਮੈਨੂੰ। ਇੱਕ ਇਲਾਜ ਹੈ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਗੁਰੂ ਸਾਹਿਬ ਤੁਸੀਂ ਬਚਾ ਲਓ ਹੁਣ ਮੈਨੂੰ। ਅਰਦਾਸ ਤੇ ਕਰ ਸਕਦੇ ਹਾਂ, ਫਿਰ ਅਰਦਾਸ ਕਰਦੇ ਹੀ ਗੁਰੂ ਨਾਲ ਹੀ ਖੜਾ ਹੈ, ਨਾਲ ਹੀ ਇਲਾਜ ਲੈ ਕੇ ਖੜਾ ਹੈ। ਅਗਲਾ ਹੀ ਦੋਹਰਾ ਪੜ੍ਹ ਲਓ, ਬਲ ਹੋਆ, ਪਹਿਲੇ ਸੀ ਬਲ ਛੁਟਕਿਓ, ਹੁਣ ਆ ਗਿਆ ਬਲ ਹੋਆ। ਪਹਿਲੇ ਸੀ ਬੰਧਨ ਪਰੇ, ਹੁਣ ਬਲ ਹੋਆ ਬੰਧਨ ਛੁਟੇ। ਬਲ ਹੋਆ ਬੰਧਨ ਛੁਟੇ, ਸਭ कुछ हो तो पाए, नानक सब कुछ तुमरे हाथ में, तुम ही होत सहाय। सब की जब तेरे हाथ विच है, फिर मैं टेंशन क्यों लैनी। कितनी भी तुसी बीमारी लैके जाओ, हरमंदर साहब कुर्सी लगा सकते हो, अकाल तखत कुर्सी लगा सकते हो। जे उधर गुरु ग्रंथ साहब का डर है तो इधर गुरु ग्रंथ साहब नकली हो गए आके, या इन्हां विच कोई शक्ति घट गई, आम गुरुद्वारे में शक्ति घट गई, नहीं। आशा भोसले, कितने ही एग्जाम्पल साढ़े कोल ने, कितनी बुजुर्ग है वो बेचारी, वो कहती कि मैं या तो खड़ी हो सकती हैं, बहुत हाई चेयर पर बैठ सकती हैं, गोडे बिल्कुल नहीं कम करती। कहती मैं हरमंदर साहब जाती हूँ, जब मैं माथा टेकने के लिए खड़ी होती हूँ, मुझे था कि सिर्फ ग्रिल पे ही माथा लगा लूँगी। कहती पता नहीं कौन सी शक्ति मेरे अंदर आ जाती है, मेरे खुद ही घुटने मुड़ जाते हैं और मैं आराम से नीचे फर्श पे माथा टेकती हूँ। कहते मेरे सारे ਜਿਹੜੇ ਮੇਰੇ ਨਾਲ ਗਏ ਸੀ, ਮੇਰੇ ਗਾਰਡਸ, ਮੇਰੇ ਰਿਸ਼ਤੇਦਾਰ ਸਾਰੇ ਹੈਰਾਨ ਹੋ ਜਾਂਦੇ ਨੇ, ਇਸ ਦੇ ਗੋਡੇ ਮੁੜਦੇ ਨਹੀਂ ਸੀ, ਟੁਰ ਨਹੀਂ ਸਕਦੀ ਹੈ, ਥੱਲੇ ਮੱਥਾ ਟੇਕ ਰਹੀ ਹੈ। ਕਹਿੰਦੀ ਉਸ ਵਕਤ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਕਿ ਅਭੀ ਮੇਰੇ ਪ੍ਰਾਣ भी निकल जाएं तो मुझे कोई टेंशन नहीं। इतना आनंदित मैं महसूस कर रही थी, बैठ के कीर्तन सुनिया। कहती तब मुझे प्रार्थना की शक्ति में एहसास पैदा हो गया कि प्रार्थना में कितनी शक्ति है। तो गुरु साहब तो वैसे ही कह रहे हैं, जी की बिरथा होए सो गुर पे अरदास कर, करना अरदास। अरदास विच बड़ी शक्ति जे, अरदास विच इतनी शक्ति है कि आरा भी चल रहा होवेगा तां भी असीं की कहांगे कि मैं सुखी हाँ। फिर मैं ये नहीं कहांगा दसो उस टीचर ने मेरे नाल ये कीता ते मैं दुखी हाँ, इस इंस्टीट्यूशन विच ये चीज़ां खराब हो रही ते मैं दुखी हाँ, सिख पंथ ढैंदी कला विच जा रहा मैं दुखी हाँ, मेरे बच्चे कहना नहीं मन रहे मैं दुखी हाँ, असी गरीब बड़े हाँ मैं दुखी हाँ, चिंता बड़ी है मैं दुखी हाँ। ये सारी चीज़ों का इलाज केवल एक अरदास ही है। चिंता तां की कीजिए जो अनहोनी होए। फिर असी ये सोच लेंगे अच्छा जब अनहोनी होगी तब चिंता कर सकते हैं, इसका ये मतलब सोच लेंगे। मस्कीन जी लंगर छकते सन, नाल जड़े भाई और लंगर छक रहे सन उन्होंने दाड़ गिर गई, छकते छकते दाड़ टुट गई। तो मस्कीन जी कहते ओ हो अनहोनी हो गई है। मस्कीन जी कहते की, कहते दाड़ गिर गई है। कहते किन्नियां, कहते एक। कहते ये अनहोनी नहीं ये होनी हुई है, हुणे तो सारियां गिरनगियां। ये तो करतार ने लिखिया हड्ड कमज़ोर हो गया दंद तो गिरनगे ही गिरनगे, कहते इस अनहोनी की किहड़ी गल है। तो गुरु तेग बहादुर साहब जब लिख रहे हैं कि चिंता तां की कीजिए जो अनहोनी होए, वो ये कहना चाह रहे हैं कि उदों चिंता कर जब अनहोनी होवेगी, पर अनहोनी कभी हुंदी ही नहीं क्योंकि हुक्म है अंदर बाहर हुक्म ना कोई। तो जब अनहोनी होएगी नहीं तो फिर चिंता कादी। और चिंता है भी तां भी साडे कोल बड़ा सौखा इलाज है, सास सास सिमरो गोविंद मन अंतर की उतरै, सारी चिंतावां मुक जाणगियां। लाहौर तो अमृतसर भाई वीर सिंह होरां नूं एक बंदा मिलन आया, रस्ते धूल कट्टा बड़ा सी, उसनूं जुकाम लग गया। भाई वीर सिंह होरी उसनूं मिलते हैं, फतेह बुलांदा है तो उसनूं बड़ा जुकाम होंदा। भाई साहब कहते तुसीं लाहौर तो आए हो? तो निछा मार मार के कहना हाँ जी लाहौर तो है। कहते तुहानूं लगदा है सर्दी हो गई है? कहते हाँ मैं बहुत बीमार हो गया। भाई साहब कहते पर लाहौर के लोग तो बीमार होंदे ही नहीं है। वो हसन लगा, कहना मैंने लगता सी कि तुसीं कमले हो, तो यकीन ही हो गया। ये किहड़ी चीज़ है कि लाहौर के लोग असीं कोई लोहे दे बने आ, क्यों नहीं बीमार होंदे? होंदे आ। कहते ओहो मेरे तो गलती हो गई।
मैं सोचा कि गुरु अर्जन देव जी उधर शहीद होए सन ना, तो उधर कोई बीमार नहीं होंदा। तो गुरु अर्जन देव जी ने तवे ते बैठ के भी सुखमनी पढ़ी सी। तो जिसनों सुखमनी कंठागर होए, जिसनों सुखमनी याद होए, तो कभी बीमार हुंदा ही नहीं है। वो कहता है किस पागल दे पल्ले लग गया मैं। कहता सुखमनी साहब पढ़ांगे तो मन की शांति आएगी ना, मन के रोग दूर होंगे, तन के थोड़ी रोग दूर होंगे। भाई साहब मेरे वर्गे हंकारी नहीं सन कि ताड़ ताड़ जवाब देन, उसनों हथ बन लेंदे भाई साहब। कहते अच्छा मैं सोचता सी सुखमनी साहब पढ़न वाले तन के भी अरोग हो जाएंगे, तन के भी रोग दूर हो जाएंगे। वो कहता इस तरह नहीं होंदा, तुहानू तो अकल ही कोई नहीं। भाई साहब कहते अच्छा है नहीं, तुहानू सुखमनी साहब कंठागर है, याद है? कहते हाँ। कहते फिर पहली पंक्ति सुना दोगे? वो पहली पंक्ति सुनाते ध्यान नाल सुनिए। भाई साहब हंकार नहीं सी कि ताड़ ताड़ जवाब दे जान। कहते मेरे तो गलती हो गई, तुसीं पहली पंक्ति सुना दो सुखमनी साहब की। कहते सिमरों सिमर सिमर सुख पावों, कल कलेश तन माहे मिटाओ। भाई साहब इन्ना कह के सिर चुकाते हैं तो चले जाते हैं, और आदमी शर्म में डुब जाता है। की सुखमनी याद है मैनू? कुछ भी नहीं। पहली पंक्ति में ही गुरु ने कह दिता कि सुखमनी पढ़ते तन दे भी रोग गए। शर्म नाल डुब जाता है। भाई साहब ने जवाब दिता, पर भाई साहब का देखो, जिसका गुरु इतना वड्डा होएगा उसके सिख भी इतने वड्डे बिरद वाले होंगे। सो असी भी कोशिश करिए बाणी नाल जुड़िए, जितना वध तो वध बाणी पढ़ सकिए। फिर सिर्फ पढ़िए नहीं, सिक्खी कौन है, कौन कमा रहा है, सिख कौन है। एक तो वो जड़ा गुर के भाणे विच आवे, दूसरा सिक्खी सिक्ख्या गुर विचार, जड़ा गुरु दी विचार नाल जुड़े। तोते की तरह एक ओंकार सतनाम करता बरक पढ़ी ना जाए। इस तरह पढ़न का भी लाभ है। एक वीडियो में साझी की सी, रिसाइटिंग बानी विदाउट मीनिंग्स। समझ के करांगे बड़ा 10 गुना 100 गुना लाभ है। कबूतरां दा झुंड दाने खा रहे सन, बड़ी सोहनी असी स्टोरी साझी की सी। बोली भी जा रहे हैं कि असी दाना चुगना नहीं तो जाल विच फसना नहीं। जाल पांदा दाने भी चुग लैंदे ते बोली भी जाते हैं कि दाना चुगना नहीं, जाल विच फसना नहीं। फस भी जाते तां भी बोली जा रहे हैं जाल विच। बजुर्ग कबूतर नूं कहंदे तेरा मंतर ही बेकार सी। वो कहंदा मेरा मंतर नहीं, तुहाडी अकल बेकार सी। मैं तो दसिया सी मंतर तो इसनूं समझना भी तो सी, फिर उसनूं फॉलो भी तो करना सी। फिर मैं कमा पढ़ी जाइए गुरमुख बैसो सफ़ा बिछाए कि थल्ले बैठो थल्ले बैठो, फिर बैठिए कुर्सियां ते फिर कहिए दुखी हाँ जी। यानी असी उन्हें सन्मुख नहीं होए। सन्मुख नहीं होए तो असी सिख नहीं। जड़ा सिख नहीं हो सुखी कदी भी नहीं हो सकता। किरपा राम का की बनया, इन्ना कह के असी समाप्ति करते हैं। किरपा राम का बनया की? किरपा राम आया सी जत्था लैके, पर मुड़ उधरों गया ही नहीं, वो गुरु का ही होके रह गया। वो इतना हैरान होया कि 9 साल का लड़का अपने बाप नूं भेज रहा है कि होरां दे बापां दा, होरां दे पिता दे सिर ना कट्टन होण, होरां दे बच्चे दुखी ना होण, अपना बाप तोड़ दिता। फिर क्योंकि उस वक्त तो गुरु भी बन चुके सन गुरु गोबिंद सिंह, और उन्हां दा ही शिष्य बन जाता है। सुन के हैरान हो जाओगे। ये किरपा राम 1699 विच अमृत छक के सिंह सज जाता है, किरपा सिंह बनता है। ये उही किरपा राम है जिहड़ा चमकौर की गढ़ी में 40 सिंह रहिंदे ने, 10 लाख का मुकाबला कर रहे हैं, उन्हां विच किरपा सिंह है। ये वो किरपा सिंह है, उधर शहीदी लैंदा है। जदों ब्राह्मणा ने इसनूं पुछया कि जिस धर्म लई तू गुरु नूं कहा सी कि धर्म बचाओ, तू वो धर्म ही छोड़ दिता है, तू तो सिख बन गया। वो कहता है कि मेरे हिसाब नाल एक सिख तो सच्चा हिंदू कोई भी नहीं है। वो कहते हैं ये किहड़ी गल कर रहे हैं, गुरु तेग बहादुर साहब तो सच्चा हिंदू कोई नहीं, ये किवें हो सकता है? कहता तुसीं मैनूं दसो हिंदू कौन है? कहता हिंदू वो है जिहड़ा गीता दी, जिहड़ा हिंदू धर्म दी, हिंदू पुराणा दी इज्जत करे। फिर वो कहता असीं चिट्ठियां पाईयां सन जोगियां नूं, सन्यासियां नूं, ऋषि मुनियां नूं, आओ धर्म बचाओ, साडा धर्म बचाओ। कहता अद्धियां दी चिट्ठियां दे जवाब आए ही नहीं। पता चलिया कि वो मारे गए ने औरंगजेब तो। अद्धियां दी चिट्ठी का यह जवाब आया कि असीं भी मुसलमान बन गया, जे सलामती चाहते हो तुसीं भी बन जाओ। कहते जिहड़े थोड़े बहुत ऋषि मुनि बच गए सन, असीं उन्हां नूं भी चिट्ठियां पाईयां कि तुसीं आके बचाओ। तो कहते असीं तो पहाड़ां जाके छुप गए हाँ, तुसीं भी आओ तो इत्थे छुपो जे जान बचानी है। कहते कल्ले गुरु तेग बहादुर साहब सन कि मैं तुहाडे धर्म लई खड़ा होवांगा, शहादत देवांगा। तो तुसीं मैनूं दसो हिंदू धर्म की इज्जत ऋषि मुनियां ने की कि कलगीधर पातशाह या गुरु तेग बहादुर साहब ने की? तो मैं सच्चा हिंदू इन्हां नूं मनदा, इस करके मैं इन्हां दे पंथ विच चला गया। छत्ते आने का एक मुसलमान, फिर मैं कहां केवल हिंदू सिख नहीं बने, छत्ते आने का एक मुसलमान फकीर शेख इब्राहिम, वो आनंदपुर का किला छड्डदे छड्डदे जदों उसनूं खबर मिली कि आनंदपुर का किला छड्ड दिता है गुरु साहब ने कुरान की कसम उपर,
गां की कसम खाधी हिंदुआ ने, मुसलमाना ने कुरान उपर कसम खाधी तो गुरु साहब ने किला छड्ड दिता। गुरु साहब को पता सी कि मैनू मार देणगे पिछे आके, तां भी किला छड्डिया। छत्ते आने का मन्निया होया फकीर इब्राहिम सिंह सज गया, अमृत छक लिया उसने। सारा मुसलमान धर्म उसके खिलाफ हो गया। सारे मुसलमान तेनों मत्था टेकते, तू जाके उसका सिख बन गया बागी का। वो कहते हैं गुरु गोबिंद सिंह तो सच्चा मुसलमान मैं देखा ही कोई नहीं। कहते वो किवें, वो तो मुसलमानों मार रहा है। कहते तुसीं मैनूं दसो सच्चा मुसलमान कौन है? कहते सच्चा मुसलमान वो है जिहड़ा कुरान की इज्जत करे। कहते कुरान ते कसम लिख के औरंगजेब ने भेज दी कि तुसी किला छड्डो, असी कुछ नहीं कवांगे। झूठी कसम खादी। उस झूठी कसम ते भी यकीन करके गुरु गोबिंद सिंह ने पूरा परिवार शहीद करा दिता। तुसी मैनूं दसो कुरान की इज्जत औरंगजेब ने की कि गुरु गोबिंद सिंह ने की? मैं तां करके सच्चा मुसलमान ही गुरु गोबिंद सिंह नूं मनदा। इस तरह के कई लोगों ने गुरु गोबिंद सिंह की आके शरण ली, गुरु तेग बहादुर साहब की आके शरण ली, जोड़े आखिरी दम तक कहते रहे कि असी आनंदित हाँ, असी सुखी हाँ, सानू परवाह नहीं कि आरा चले, रोम रोम कट दिओ, गर्दना उतार दिओ, भावें भुखा रखो, 8 महीने भुखे रह के भी जंग लड़ी, जो मर्जी करो, गुरु तेरे सन्मुखा, गुर कहिया साकार कमावों। जो गुरु ने कहा वो कार करनी ही करनी है। सो हुण समाप्ति करिए। असी गुरु तेग बहादुर साहब के शहीदी तो की सिक्ख्या? असी ये सिक्ख्या कि असी गुरु के सन्मुख होकर सिख बनना है, तां असी सुखी होवांगे। गुरु के सन्मुख होने लई सानू सिमरन की लोड़ है। सिमरन किन्ना करना चाहिए? किसी ने मैंने पूछा, मैं क्या एक बार का वाहिगुरू ही बड़ा है। किनका एक जिस जी बसावे। पर एक बार का वाहिगुरू, पैडल इको मारदा बंदा तो साइकिल चलती है, पर इनिशियली जो सीख रहा एक पैडल मारे, कितनी बार गिर रहा, बड़ी सावधानता चाहिए। तो कई बार वाहिगुरू बोलना पएगा ताकि वो एक बार का बोलना आ जाए। तो फिर मैं सोचा पैसों का दसवंध कटद्या समय का भी कट लीए। मैं क्या 2.5 घंटे सिमरन कर लेना चाहिए। फिर मैं गुरु ग्रंथ साहब ने पूछ लिया, मैं क्या गुरु साहब तुसीं दस दो कितना सिमरन करिए? वो कहते हैं 100 सिमरो गोबिंद। वो कहते हैं उठत बैठत सोवत आई है, मार्ग चलत हरे हर गाई है। वो कहते हैं उठत बैठत सोवत नाम। वो कहते हैं कदी एक श्वास भी तेनों भुलना नहीं चाहिए। तो पूछ रहे हैं कितना करना चाहिए? मैं कहता कदी भुलना ही नहीं चाहिए। यानी 24 घंटे विचों घट तो घट 24 घंटे भगती करनी है। बड़ा औखा काम है। काम भी करने हैं, सोना भी है, खेडना भी है, जिम्मेवारियां सामने है। पर 24 घंटे विचों 24 घंटे हो सकता है अज तो। अज असी गुरु तेग बहादुर साहब नूं जे प्यार कर रहे हाँ तो कितने मिनट गुरु साहब नूं देंगे? घट तो घट 6 मिनट। कोई होर गुरपुरब आएगा 6 मिनट होर वधा लो, 12 मिनट। इस तरह वधदे वधदे 24 घंटे कदों हो जाएंगे पता भी नहीं चलेगा। सारिਆਂ ਦਾ सिलेबस है। हुण मैं 6 मिनट क्यों दे रहा? क्योंकि मेरे वस दी नहीं इस तो उपर मैं कर सकां। तो जिहड़ी मैं नहीं कर सकता वो तुहानूं किवें कह देवां? फरीद जी ने मिठा छुड़वाया सी, असीं देखिया, पहले आप छोड़िया 3 महीने ला के। अवर उपदेश है आप ना करें, मैनूं ये डर भी नाल ही है। सो 6 मिनट इस करके कबीर एक घड़ी आधी हूँ ते आद भगतन सेती गोष्टे जो की ने एक घड़ी 24 मिनट दी, अद्धी घड़ी 12 मिनट दी, अद्धी तो अद्धी 6 मिनट दी। सो असी अज प्रण ना करिए, प्रण टुट जाते हैं। रेजोल्यूशनस आर मेंट टू गेट ब्रेक। सो असी की करिए? कोशिश करिए, सिर्फ कोशिश। सिख का नाम ही कोशिश है। मरदे दम तक सीखिए। अज तो कोशिश करिए बैठ के टिक के अलार्म 6 मिनट का लगा के वाहे गुरु वाहे गुरु 6 मिनट तो शुरू करिए। 6 मिनट तो होर आनंद आ रहा, 1 मिनट होर वधा लीए, शब्द एक होर पढ़ लीए, एक पंक्ति के अर्थ समझ लीए, फिर विचार नाल जुड़ जाइए। शायद असी भी इस जन्म विच कह सकीए आरा चल रहा पर मैं सुखी हाँ। जदों मूँहों निकलेगा कि मैं सुखी हाँ, उदों समझ आएगी भाई प्रापत मानुख देहुरिया गोबिंद मिलन की है तेरी बरिया। उस गोबिंद नूं मिलना ही साडा मकसद है। उस मकसद तक किसी तरह गुरु साहब कृपा करके सानू पहुँचा लैन। शहीदी दिवस तां मनाए सफल होणगे। इतनियां बेनतियां प्रवान करनियां, भुल्लां चुकां देखिए। मैं वाहिगुरू जी का खालसा वाहिगुरू जी की फतेह।